नमस्कार, आदाब, सत श्री अकाल। इस खास प्रोग्राम में एक बार फिर से मैं मनीमुख शर्मा आप सबका इस्तकबाल करता हूं। पंजाब में 3 रोज़ पहले एक टीचर ने सुसाइड किया और अपने सुसाइड नोट पर एजुकेशन मिनिस्टर हरजोत बैंस का नाम लिखा। लेकिन उसके बाद पुलिस ने उनके पति और उनके ससुर को अरेस्ट कर लिया और ये मामला किसी और तरफ जो है रुख कर गया है। लेकिन इस पर ज़बरदस्त सियासत हो रही है। ऑपोजिशन लीडर्स ने जो आम आदमी पार्टी की सरकार है उसकी तनकीद की है। लेकिन इस पे बहुत ही तफसील में बात करने के लिए मेरे साथ एक बार फिर से जुड़े हैं मेरे सहयोगी रितेश लखी साहब। रितेश जी, आपका बहुत बहुत स्वागत है। शुक्रिया मनी जी। बलविंदर कौर, असिस्टेंट प्रोफेसर, वो 483 जो टीचर्स पंजाब मिनिस्टर हरजोत बैंस के घर के सामने धरना दे रहे थे उनमें एक थी और उन्हें सुसाइड नोट में, जैसे कि मैंने बताया, एजुकेशन मिनिस्टर का नाम लिख दिया है। लेकिन पुलिस ने अरेस्ट कर लिया पति को और ससुर को, कुछ और ही बन गया है। इस पे बारे में थोड़ा सा बताइए। देखो जी, ये बहुत ही अनफॉर्चुनेट इंसिडेंट है। प्रोफेसर्स, असिस्टेंट प्रोफेसर्स ਦੀ ਭਰਤੀਆਂ ਹੋਈ ਸੀ ਪਿਛਲੇ ਸਾਲ 2021-2022 ਦੌਰਾਨ। ਅਨਫੋਰਚੂਨੇਟ ਪਾਰਟ ਇਹ ਸੀ ਕਿ ਜਿਹੜੀ ਭਰਤੀ ਪ੍ਰਕਿਰਿਆ ਹੋਈ ਸੀ, ਦਿਸ ਵਾਸ ਦ ਕਾਂਗਰਸ ਗਵਰਨਮੈਂਟ, ਉਹ ਸਹੀ ਤਰੀਕੇ ਦੇ ਨਾਲ ਭਰਤੀਆਂ ਨਹੀਂ ਹੋਈਆਂ। देयर वर लॉट ऑफ इरेगुलैरिटीज़ इन दोस रिक्रूटमेंट्स, ਸੀਰੀਜ਼ ਆਫ ਇਰੈਗੂਲੈਰਿਟੀਜ਼। ਬਾਅਦ ਦੇ ਵਿੱਚ ਮਾਮਲਾ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਨੇ ਇਹ ਜਿਹੜੀਆਂ ਭਰਤੀਆਂ ਸੀ ਇਹਨਾਂ ਨੂੰ ਪੂਰੀ ਦੀ ਪੂਰੀ ਸਿਲੈਕਸ਼ਨ ਪ੍ਰੋਸੈਸ ਹੀ ਖਾਰਜ ਕਰਤਾ। ਇਟ ਵਾਸ ਸੈਟ ਅਸਾਈਡ ਬਾਈ ਦ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਸੋ ਮਸਲਾ ਤਾਂ ਕੁਝ ਵੀ ਨਹੀਂ, ਮਸਲਾ ਤਾਂ ਵੀ ਹਾਈ ਕੋਰਟ ਨੇ ਨਿਰਸਤ ਕੀਤਾ ਹੈ, ਖਾਰਜ ਕੀਤਾ ਹੈ। ਹੁਣ ਇਹ ਅਸਿਸਟੈਂਟ ਪ੍ਰੋਫੈਸਰ ਚਾਹ ਰਹੇ ਨੇ ਕਿ ਸਰਕਾਰ ਕੁਝ ਹੱਲ ਤਲਾਸ਼ੇ। ਇਹਨਾਂ ਨੇ ਸਰਕਾਰ ਕੋਲ ਆਪਣੀਆਂ ਪਟੀਸ਼ਨਸ ਕੀਤੀਆਂ। ਸਰਕਾਰ ਦੀਆਂ ਮਜਬੂਰੀਆਂ ਬੜੀਆਂ ਕਲੀਅਰ ਨੇ ਕਿ ਜੀ ਹਾਈ ਕੋਰਟ ਦਾ ਫੈਸਲਾ ਹੈ, ਲੇਕਿਨ ਉਹ ਫਿਰ ਵੀ ਦੱਸਿਆ ਜਾਂਦਾ ਵੀ ਇੱਕ ਅੱਧਾ ਮਹੀਨਾ, ਹਫ਼ਤਾ ਪਹਿਲਾਂ ਉਹਨਾਂ ਨੇ ਵੀ ਕੋਈ ਭਰੋਸਾ ਇਹਨਾਂ ਨੂੰ ਦਵਾਇਆ ਵੀ ਅਸੀਂ ਕੁਝ ਕਰ ਰਹੇ ਹਾਂ, ਡੋਂਟ ਵਰੀ, ਕਿ ਅਸੀਂ ਕੁਝ ਕਰਾਂਗੇ। ਲੇਕਿਨ ਇਨ ਦ ਮੀਨ ਟਾਈਮ ਇਹ ਅਸਿਸਟੈਂਟ ਪ੍ਰੋਫੈਸਰ ਜਿਹੜੇ ਵੀ ਪ੍ਰਦਰਸ਼ਨਕਾਰੀ ਹੈਗੇ ਨੇ ਉਹ ਕਾਹਲੀ ਵੀ ਹੈਗੇ ਬਹੁਤ ਇਸ ਗੱਲ ਨੂੰ ਲੈ ਕੇ, ਨਹੀਂ ਜੀ ਨਹੀਂ, ਸਾਨੂੰ ਤਾਂ ਨੌਕਰੀਆਂ ਦਿਓ, ਨਿਯੁਕਤੀ ਪੱਤਰ ਦਿਓ। ਹੁਣ ਨਿਯੁਕਤੀ ਪੱਤਰ ਨੂੰ ਦੇਣਾ ਇੱਕ ਟੈਕਨੀਕਲ ਪੁਆਇੰਟ ਆ ਜਾਂਦਾ। ਲੀਗਲੀ ਇਹ ਚੀਜ਼ ਤੁਸੀਂ ਕਰ ਨਹੀਂ ਸਕਦੇ ਹੋ। ਹਾਈ ਕੋਰਟ ਦੇ ਜਦ ਤੱਕ ਆਰਡਰ ਨੇ ਤੁਸੀਂ ਨਹੀਂ ਕਰ ਸਕਦੇ ਹੋ, ਤੁਸੀਂ ਯੂ ਹੈਵ ਟੂ ਫੋਲੋ ਅਪ ਪ੍ਰੋਸੈਸ। ਅਤੇ ਟੀਚਰ ਨੇ ਹੁਣ ਜਿਹੜਾ ਸੁਸਾਈਡ ਕੀਤਾ ਇਹ ਬਹੁਤ ਹੀ ਅਨਫੋਰਚੂਨੇਟ ਹੈ। ਦਿਸ ਸ਼ੁਡਨਟ ਹੈਵ ਹੈਪਨਡ। ਦੇਖੋ, ਮੈਂ ਤਾਂ ਪਹਿਲਾਂ ਵੀ ਜਦੋਂ ਆਪਾਂ ਅਗਨੀਵੀਰ ਦੀ ਗੱਲ ਕੀਤੀ ਸੀ ਜੀ, ਅੱਜ ਇੱਕ ਵਾਰ ਫੇਰ ਲਾਸ਼ਾਂ ਦੇ ਉੱਤੇ ਰਾਜਨੀਤੀ ਹੋ ਰਹੀ ਹੈ। ਇਹ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਪੋਲੀਟੀਕਲ ਪਾਰਟੀਆਂ ਉੱਥੇ ਰੈਲੀ ਕਰ ਰਹੀਆਂ ਨੇ, ਉਹਨਾਂ ਦੇ ਹਿਸਾਬ ਨਾਲ ਇਨਸਾਫ ਦਿਵਾਉਣ ਦੀ ਗੱਲ ਹੋ ਰਹੀ ਹੈ, ਕਿਉਂਕਿ ਰੌਲਾ ਹੀ ਉੱਥੋਂ ਸ਼ੁਰੂ ਹੁੰਦਾ ਜਦੋਂ ਕਿ ਪੋਲੀਟੀਕਲ ਮੋਬਿਲਾਈਜੇਸ਼ਨ ਹੋ ਗਈ। ਦੇਖੋ, ਟੀਚਰ ਨੇ ਸੁਸਾਈਡ ਕੀਤਾ, ਸੁਸਾਈਡ ਨੋਟ ਦੇ ਵਿੱਚ ਸਿੱਖਿਆ ਮੰਤਰੀ ਦਾ ਨਾਂ ਲਿਖਤਾ, ਐਜੂਕੇਸ਼ਨ ਮਿਨਿਸਟਰ ਦਾ, ਵਿਚ ਇਜ਼ ਅ ਵੈਰੀ ਸੀਰੀਅਸ ਥਿੰਗ। ਬਟ ਐਟ ਦ ਸੇਮ ਪੁਆਇੰਟ ਇਨ ਟਾਈਮ ਕੀ ਐਜੂਕੇਸ਼ਨ ਮਿਨਿਸਟਰ ਨੂੰ ਇਸ ਖੁਦਕੁਸ਼ੀ ਲਈ ਜ਼ਿੰਮੇਵਾਰ ਦੋਸ਼ੀ ਮੰਨਿਆ ਜਾ ਸਕਦਾ ਹੈ, ਨਹੀਂ ਮੰਨਿਆ ਜਾ ਸਕਦਾ। ਇਹ ਇੱਕ ਬੜਾ ਮੇਨ ਪੁਆਇੰਟ ਹੈ ਮੇਰੇ ਵਿਅਕਤੀਗਤ ਰਾਏ ਦੇ ਵਿੱਚ, ਕਿਉਂਕਿ ਇੱਕ ਮਿਨਿਸਟਰ ਹੁੰਦੇ ਹੋਏ ਉਹਨਾਂ ਨੇ ਇੱਕ ਨੀਤੀਗਤ ਫੈਸਲਾ ਕੋਈ ਵੀ ਮੰਨ ਲਓ ਲਿਆ ਹੁੰਦਾ। ਇਹ ਤਾਂ ਚਲੋ ਉਹਨਾਂ ਦਾ ਫੈਸਲਾ ਹੀ ਨਹੀਂ, ਇਹ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਜਿਸ ਨੂੰ ਤੁਸੀਂ ਬਾਈਪਾਸ ਕਰਕੇ ਕੋਈ ਨਿਯੁਕਤੀ ਨਹੀਂ ਕਰ ਸਕਦੇ ਹੋ। ਤੁਹਾਨੂੰ ਕੋਈ ਨਾ ਹੋਰ ਤਰੀਕਾ ਢੰਗ ਤਲਾਸ਼ਣਾ ਪਏਗਾ। ਦੁਬਾਰਾ ਨਿਯੁਕਤੀਆਂ ਦੀ ਪ੍ਰਕਿਰਿਆ ਕਰੋ ਜਾਂ ਜੋ ਵੀ ਉਸਨੂੰ ਕਰੋ, ਯੂ ਵਿਲ ਹੈਵ ਟੂ ਫਾਈਂਡ ਅ ਵਾਇਆ ਮੀਡੀਆ। ਅਦਾਲਤ ਦੇ ਸਾਹਮਣੇ ਸਰਕਾਰ ਆਪਣਾ, ਹੁਣ ਕਿਉਂਕਿ ਇਹ ਮਾਮਲਾ ਇੱਕ ਵਾਰ ਫੈਸਲਾ ਹੋ ਚੁੱਕਿਆ, ਦੁਬਾਰਾ ਇਹ ਰਿਵਿਊ ਲਈ ਪਾਇਆ ਹੋਇਆ ਹੈ ਹਾਈ ਕੋਰਟ 'ਚ। ਸੋ ਉੱਥੇ ਅਦਾਲਤ ਦਾ ਕੁਝ ਰੁਖ ਵੱਖਰੇ ਕਿਸਮ ਦਾ ਹੋਵੇ, ਸਰਕਾਰ ਕੋਈ ਅੰਡਰਟੇਕਿੰਗ ਦੇਵੇ। ਜੇ ਅਦਾਲਤ ਕਨਵਿੰਸਡ ਹੋਏਗੀ ਫਿਰ ਉਹ ਇਸ ਚੀਜ਼ ਦੀ ਪਰਮਿਸ਼ਨ ਦੇ ਸਕਦੇ ਨੇ। ਲੇਕਿਨ ਹੁਣ ਇੱਕ ਟੀਚਰ ਕਹਿੰਦਾ ਜੀ ਕਿ ਮੈਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦਾ ਅਤੇ ਮੈਂ ਖੁਦਕੁਸ਼ੀ ਕਰ ਲੈਂਦਾ। ਸੋ ਹੋਇਆ ਤਾਂ ਬਹੁਤ अनफॉर्चुनेट है, लेकिन उस तो बाद जो टर्न ऑफ इवेंट्स है दैट इज इवन मोर ट्रैजिक। हाँ, मतलब बड़ा बिजार सा हो गया है कि मतलब लिखा तो उन्होंने सुसाइड नोट पे एजुकेशन मिनिस्टर का नाम, लेकिन पुलिस ने केस दर्ज कर लिया और अरेस्ट कर लिया उनके पति को और उनके ससुर को। तो ये मतलब एक जेन्युइन केस है या जो है हेडलाइन मैनेज करने की कोशिश हो रही है, आपको दिख रहा है? हेडलाइन ही मैनेज कर रहे गवर्नमेंट। देखो, ये रिएक्शन है, एक्शन एंड रिएक्शन। ਹੁਣ ਐਕਸ਼ਨ ਤਾਂ ਇਹ ਹੋਇਆ ਕਿ ਉਸ ਮਹਿਲਾ ਅਧਿਆਪਕ ਨੇ ਖੁਦਕੁਸ਼ੀ ਕਰ ਲਈ, ਲੇਕਿਨ ਖੁਦਕੁਸ਼ੀ ਕੀਤੀ ਸੀ, ਇੱਕ ਸੁਸਾਈਡ ਨੋਟ ਉਸਨੇ ਛੱਡਿਆ, ਬੜਾ ਕਲੀਅਰ ਨੋਟ ਸੀ, ਉਸਦੇ ਵਿੱਚ ਖੂਨ ਦੇ ਦਾਗ ਆਪਣੇ ਛੱਡੇ, ਉਸਨੇ ਨਿਸ਼ਾਨ ਛੱਡੇ ਤਾਂ ਕਿ ਇਸ ਦੀ ਤਸਦੀਕ ਹੋਏ ਕਿ ਮੇਰੀ ਹੀ ਚਿੱਠੀ ਲਿਖੀ ਹੋਈ ਹੈ। ਕੱਲ੍ਹ ਨੂੰ ਇਸ ਨੂੰ ਇਹ ਨਾ ਕਿਹਾ ਜਾਵੇ ਕਿ ਮੇਰੀ ਚਿੱਠੀ ਨਹੀਂ ਹੈ। ਫਿਰ ਉਸਨੇ ਬਹੁਤ ਡਿਸਕ੍ਰਿਪਸ਼ਨ ਦਿੱਤੀ ਹੈ ਕਿ ਜੇ ਮੇਰੀ ਲਾਸ਼ ਮਿਲ ਗਈ ਤੁਸੀਂ ਇੱਕ ਦਿਨ ਲਈ 1158 ਜਿਹੜੇ ਅਸਿਸਟੈਂਟ ਪ੍ਰੋਫੈਸਰਸ ਧਰਨੇ 'ਤੇ ਹੈਗੇ ਨੇ ਉਹਨਾਂ ਨੂੰ ਦੇ ਦਿਓ ਅਤੇ ਉਸ ਤੋਂ ਬਾਅਦ ਤੁਸੀਂ ਮੇਰੀ ਲਾਸ਼ ਦਾ ਸੰਸਕਾਰ ਕਰ ਦਿਓ। ਉਹਨੇ ਅੱਗੇ ਬੱਚਿਆਂ ਦਾ ਕਿਵੇਂ ਟੇਕ ਕੇਅਰ ਕਰਨਾ ਹੈ, ਮਤਲਬ ਬੜੀਆਂ ਇਨੋਸੈਂਟਲੀ ਪੜ੍ਹ ਕੇ ਬਹੁਤ ਦੁੱਖ ਹੁੰਦਾ ਹੈ। ਬਟ ਐਟ ਦ ਸੇਮ ਪੁਆਇੰਟ ਇਨ ਟਾਈਮ ਖੁਦਕੁਸ਼ੀ ਤਾਂ ਕਦੇ ਕੋਈ ਇਲਾਜ ਸੀ ਨਹੀਂ, ਹੈ ਨਹੀਂ। ਇਸ ਕੇਸ ਦੇ ਵਿੱਚ ਤੁਸੀਂ ਐਜੂਕੇਸ਼ਨ ਮਿਨਿਸਟਰ ਤੋਂ ਕਿੰਨਾ ਕੁ ਗੁੱਸਾ ਕੱਢ ਸਕਦੇ ਐਜੂਕੇਸ਼ਨ ਮਿਨਿਸਟਰ ਦੇ ਨਾਲ? ਤੁਸੀਂ ਕਹੋ ਵੀ ਸਾਡਾ ਸਮਾਧਾਨ ਨਹੀਂ ਲੱਭ ਰਿਹਾ, ਹਾਈ ਕੋਰਟ ਨੇ ਤੁਹਾਡੇ ਖਿਲਾਫ ਫੈਸਲੇ ਸੁਣਾਏ ਹੋਏ ਨੇ। ਹੁਣ ਐਜੂਕੇਸ਼ਨ ਮਿਨਿਸਟਰ ਜਾਂ ਸਰਕਾਰ ਕਿੰਨਾ ਕੁਝ ਕਰ ਸਕਦੀ ਹੈ? ਲੇਕਿਨ ਸਰਕਾਰ ਨੂੰ ਇਹ ਚੀਜ਼ ਸਮਝਾਉਣ ਦੀ ਬਜਾਏ, ਕੋਈ ਪ੍ਰੋਬਲਮ ਇੱਥੇ ਐਜੂਕੇਸ਼ਨ ਮਿਨਿਸਟਰ ਦੀ ਵੀ, ਸ਼ਾਇਦ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਜਿਹਨੂੰ ਕਹਿੰਦੇ ਕਿ ਇੰਟਰੈਕਸ਼ਨ ਇਹਨਾਂ ਟੀਚਰਸ ਦੇ ਨਾਲ ਅੱਛਾ ਨਹੀਂ ਰਿਹਾ।
ਐਰੋਗੈਂਸ ਕਹਿ ਲਓ। उनके घर के सामने वो धरने पे है रोपर में। ਹਾਂ ਉਹ ਹੁੰਦੇ ਨੇ ਕਿਉਂਕਿ ਐਜੂਕੇਸ਼ਨ ਮਿਨਿਸਟਰ ਤਾਂ ਇੱਕ ਕਹਿੰਦੇ ਕੰਡਿਆਂ ਦਾ ਤਾਜ ਹੈ। ਇਹ ਮਿਨਿਸਟਰੀ ਐਸੀ ਹੈ ਕਿ ਕੋਈ ਐਜੂਕੇਸ਼ਨ ਮਿਨਿਸਟਰ ਪੰਜਾਬ 'ਚ ਰਿਪੀਟ ਨਹੀਂ ਹੋਇਆ ਪਿਛਲੇ ਤਕਰੀਬਨ 15-20 ਸਾਲਾਂ ਤੋਂ। ਜਿਹੜਾ ਵੀ ਐਜੂਕੇਸ਼ਨ ਮਿਨਿਸਟਰ ਬਣਦਾ ਹੈ ਉਹ ਇਲੈਕਸ਼ਨ ਹਾਰਦਾ ਹੈ। ਇਹ ਇੱਕ ਇਤਫਾਕ ਹੈ। ਸੋ ਜਿੰਨੇ ਮਰਜ਼ੀ ਤੁਸੀਂ ਪਿੱਛੇ ਤੋਤਾ ਸਿੰਘ ਕੱਢ ਕੇ ਵੇਖ ਲਓ, ਡਾਕਟਰ ਦਲਜੀਤ ਚੀਮਾ ਕੱਢ ਕੇ ਦੇਖ ਲਓ, ਆਲ ਦਾ ਐਜੂਕੇਸ਼ਨ ਮਿਨਿਸਟਰਸ ਹੈਵ ਲੌਸਟ देयर ਇਲੈਕਸ਼ਨਸ ਫॉर ਅ ਸਿੰਪਲ ਰੀਜ਼ਨ ਕਿ ਟੀਚਰ ਅਗੇਂਸਟ ਹੋ ਜਾਂਦੇ ਨੇ ਉਹਨਾਂ ਦੇ। ਤੋ ਲੇਕਿਨ ਦ ਵੇ ਦੇ ਹੈਂਡਲ ਤੋਂ ਤੁਹਾਡਾ ਮੇਨ ਪੁਆਇੰਟ ਸੀ ਵੀ ਇਹਨਾਂ ਦੇ ਪਰਿਵਾਰ ਨੂੰ ਕਿਉਂ ਟਾਰਗੇਟ ਕੀਤਾ ਗਿਆ। ਹੁਣ ਉੱਥੇ ਮੰਨ ਲਓ ਕੋਈ ਥੋੜੀ ਬਹੁਤ ਗੱਲ ਰਹੀ ਵੀ ਹੋਏ ਕਦੇ, ਹੈ ਨਾ, ਇੱਕ ਵੌਇਸ ਨੋਟ ਇੱਕ ਹੋਰ ਸੀਗਾ ਜਿਸ ਦੇ ਵਿੱਚ ਉਹਨੇ ਕੋਈ ਹੋਰ ਜ਼ਿਕਰ ਕੀਤਾ ਸੀ, ਪੁਲਿਸ ਨੇ ਉਹਦੇ ਉੱਤੇ ਬੇਸ ਬਣਾ ਕੇ ਉਹ ਸੁਸਾਈਡ ਨੋਟ ਨੂੰ ਤੁਸੀਂ ਇਗਨੋਰ ਕਰ ਸਕਦੇ ਸੀ। ਸੁਸਾਈਡ ਨੋਟ ਤੋਂ ਇਲਾਵਾ ਇੱਕ ਵੌਇਸ ਨੋਟ ਵੀ ਸੀ ਜਿਸ ਵਿੱਚ ਉਹਨਾਂ ਨੇ ਸਾਰਾ ਦੱਸਿਆ ਸੀ ਆਪਣੇ ਬਾਰੇ, ਠੀਕ ਹੈ ਨਾ, ਰਿਗਾਰਡਿੰਗ ਐਜੂਕੇਸ਼ਨ ਮਿਨਿਸਟਰ ਓਨਲੀ ਜਾਂ ਰਿਗਾਰਡਿੰਗ ਦ ਮਿਨਿਸਟਰੀ ਜਾਂ ਜੋ ਵੀ ਉਹਨਾਂ ਦੇ ਲੈਵਲ ਆਫ ਫਰਸਟ੍ਰੇਸ਼ਨ ਸੀ। ਸੋ ਉਹ ਚੀਜ਼ਾਂ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਤੁਸੀਂ ਮੰਤਰੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਨੈਰੇਟਿਵ ਨੂੰ ਤੁਸੀਂ ਘੁਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਰਾਦਰ ਦੈਨ ਬੀਇੰਗ ਸਿੰਪੈਥੈਟਿਕ ਟੁਵਰਡਸ ਦੈਟ ਫੈਮਿਲੀ। ਦੇਖੋ ਮੈਂ ਤਾਂ ਇਸ ਨੂੰ ਠੀਕ ਨਹੀਂ ਮੰਨਦਾ। ਪ੍ਰੋਫੈਸਰ ਬਲਵਿੰਦਰ ਕੌਰ ਨੇ ਕੋਈ ਚੰਗਾ ਐਗਜ਼ਾਮਪਲ ਨਹੀਂ ਸੈੱਟ ਕੀਤਾ, ਕੋਈ ਚੰਗਾ ਕੰਮ ਨਹੀਂ ਉਹਨਾਂ ਨੇ ਕੀਤਾ। ਖੁਦਕੁਸ਼ੀ ਕਰਕੇ ਉਹਨਾਂ ਦੀ ਲਾਸ਼ ਦੇ ਉੱਤੇ ਰਾਜਨੀਤੀ ਤਾਂ ਹੁਣ ਸ਼ੁਰੂ ਹੋ ਹੀ ਚੁੱਕੀ ਹੈ, ਹੋ ਰਹੀ ਹੈ। ਲਾਸ਼ ਮਿਲੀ ਨਹੀਂ ਹੈ ਵੈਸੇ ਟੈਕਨੀਕਲੀ, ਨਹੀਂ ਹੁਣ ਮਿਲ ਚੁੱਕੀ ਹੈ, ਹੁਣ ਮਿਲ ਚੁੱਕੀ ਹੈ। ਪਿਛਲੇ ਕੁਝ ਘੰਟਿਆਂ ਦੌਰਾਨ ਲਾਸ਼ ਮਿਲ ਚੁੱਕੀ ਹੈ। ਲੇਕਿਨ ਇਹ ਹੋਇਆ ਸੀਗਾ ਜਦੋਂ ਪੁਲਿਸ ਨੇ ਕੇਸ ਰਜਿਸਟਰ ਕੀਤਾ, ਉਸ ਵਕਤ ਪੁਲਿਸ ਨੇ FIR ਦੇ ਵਿੱਚ ਕਹਿਤਾ ਸੀ ਕਿ ਉਹ ਮਰ ਚੁੱਕੇ ਨੇ, ਜਦੋਂ ਕਿ ਉਸ ਵਕਤ ਤੱਕ ਲਾਸ਼ ਮਿਲੀ ਨਹੀਂ ਸੀ। ਸੋ ਦੈਟ ਵਾਸ ਅ ਬਿਗ ਇਸ਼ੂ ਕਿ ਪੁਲਿਸ ਨੂੰ ਪੁੱਛਿਆ ਗਿਆ ਇਸ ਚੀਜ਼ ਦੇ ਤੁਸੀਂ ਕਿਵੇਂ ਲਿਖਤਾ ਕਿ ਉਹਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਲਾਸ਼ ਦੀ ਰਿਕਵਰੀ ਨਹੀਂ ਹੋਈ ਹੈ। ਉਸ ਤੋਂ ਕੁਝ ਘੰਟੇ ਬਾਅਦ ਲਾਸ਼ ਬਰਾਮਦ ਹੋਈ। ਸੋ ਲਾਸ਼ ਬਰਾਮਦ ਹੋ ਗਈ, ਚਲੋ ਉਹ ਇੱਕ ਵੱਖਰਾ ਇਸ਼ੂ ਹੈ। ਲੇਕਿਨ ਪੁਲਿਸ ਨੇ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਨਾਮਜ਼ਦ ਕੀਤਾ, ਇਹ ਹੋਰ ਇਨਸੈਂਸਿਟਿਵਿਟੀ। ਗੱਲ ਤਾਂ ਇਹ ਬਣਦੀ ਸੀ ਵੀ ਪੁਲਿਸ ਇਨਵੈਸਟੀਗੇਸ਼ਨ ਕਰਦੀ। ਹਰਜੋਤ ਬੈਂਸ ਨੂੰ ਵੀ ਇੱਕ ਵਾਰ ਪੁੱਛਿਆ ਜਾ ਸਕਦਾ ਸੀ। ਇਹ ਸਿੰਪਲੀ ਗੱਲ ਹੈ, ਐਜੂਕੇਸ਼ਨ ਮਿਨਿਸਟਰ ਤੋਂ ਵੀ ਉਹਦਾ ਬਿਆਨ ਲਓ ਤੁਸੀਂ। ਇਹ ਥੋੜ੍ਹਾ ਨਾ ਵੀ ਜੇ ਕੋਈ ਮੰਤਰੀ ਹੈ ਸੰਤਰੀ ਹੈ ਤੁਸੀਂ ਉਹਨੂੰ ਪੁੱਛੋ ਹੀ ਨਾ। ਜ਼ਿਲ੍ਹੇ ਦਾ SSP ਦੇ ਮਨ ਦੇ ਵਿੱਚ ਐਸਾ ਖੌਫ ਹੋਵੇ ਜਾਂ ਪੁਲਿਸ ਦੇ ਮਨ ਅਫਸਰਾਂ ਦਾ, ਪੁਲਿਸ ਦਾ ਕੰਮ ਬਣਦਾ ਵੀ ਤੁਹਾਡਾ ਨਾਮ ਸੁਸਾਈਡ ਨੋਟ ਦੇ ਵਿੱਚ ਆਇਆ, ਸਾਨੂੰ ਆਪਣੇ ਬਿਆਨ ਆ ਕੇ ਦਿਓ, ਤੁਸੀਂ ਜਾਓ ਬਿਆਨ ਦਰਜ ਕਰਾਓ ਤੇ ਆ ਜਾਓ। ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਟ ਕਰੇ। ਜੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹਦੇ 'ਚ ਨਹੀਂ ਇਨਵੋਲਵ ਹੈ ਉਹ ਅਕੋਰਡਿੰਗਲੀ ਕੰਮ ਕਰਨ। ਲੈਟ ਦ ਲਾਅ ਟੇਕ ਇਟਸ ਓਨ ਕੋਰਸ। ਬਟ ਉਹ ਚੀਜ਼ ਤਾਂ ਹੋ ਨਹੀਂ ਰਹੀ। ਇਨਫਲੂਐਂਸ ਦਿਸਦਾ ਪਿਆ ਹੈ। ਆਪੋਜੀਸ਼ਨ ਪਾਰਟੀ ਨੇ ਜਿਹੜਾ ਧਰਨਾ ਦੇ ਰਹੀਆਂ ਨੇ ਕਰਤਾ ਉਹ ਲਾਸ਼ ਦੇ ਉੱਤੇ ਰਾਜਨੀਤੀ ਰਹੇ ਨੇ। ਇਹ ਹੁਣ ਲੀਡਰ ਬੈਠੇ ਨੇ, ਸੁਨੀਲ ਜਾਖੜ ਪਿੱਛੇ ਆਪਣੇ ਦਿਸ ਰਹੇ ਨੇ, BJP ਦੇ ਲੀਡਰ ਨੇ, ਪਹਿਲਾਂ ਕਾਂਗਰਸ ਸੀਗੇ, ਠੀਕ ਹੈ ਨਾ। ਉਸ ਵਕਤ ਕਾਂਗਰਸ ਦੀ ਸਰਕਾਰ ਸੀ ਜਦੋਂ ਕਿ ਪੂਰੇ ਦਾ ਪੂਰਾ ਮਸਲਾ ਖੜਾ ਹੋਇਆ। ਤੁਸੀਂ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਇਹ ਸਾਰੀ ਨਿਯੁਕਤੀਆਂ ਕੀਤੀਆਂ ਗਈਆਂ, ਆਨੰਦ ਫਾਨਨ ਦੇ ਵਿੱਚ ਕੀਤੀਆਂ ਗਈਆਂ, ਕਾਲੀ ਦੇ ਵਿੱਚ ਕੀਤੀਆਂ ਗਈਆਂ। ਸਾਰਾ ਦਾ ਸਾਰਾ ਪ੍ਰੋਸੀਜਰਲ ਬਾਈਪਾਸ ਕਰਦੇ ਹੋਏ 2 ਯੂਨੀਵਰਸਿਟੀਆਂ ਨੂੰ ਤੁਸੀਂ ਇਮੈਜਿਨ ਕਰੋ, ਸਹਾਇਕ ਪ੍ਰੋਫੈਸਰਾਂ ਅਸਾਮੀਆਂ ਸੀਗੀਆਂ ਤਾਂ ਉਹਨਾਂ ਨੂੰ ਭਰਨ ਲਈ 2 ਯੂਨੀਵਰਸਿਟੀਆਂ ਅਲੱਗ-ਅਲੱਗ ਲੈਵਲ ਦੇ ਉੱਤੇ ਰਿਕਰੂਟਮੈਂਟ ਕਰਦੀਆਂ ਪਈਆਂ ਨੇ। ਦੇयर वर नो ਰੂਲਸ ਦੈਟ ਵਰ ਬੀਇੰਗ ਫੋਲੋਡ। ਸੋ ਬਹੁਤ ਇਰੈਗੂਲੈਰਿਟੀਜ਼ ਹੋਈਆਂ, ਬੇਨਿਯਮੀਆਂ ਜਿਹਨੂੰ ਕਹਿੰਦੇ ਨੇ, ਬਹੁਤ ਜ਼ਿਆਦਾ ਹੋਈਆਂ। ਉਸ ਤੋਂ ਬਾਅਦ ਜਾ ਕੇ ਹਾਈ ਕੋਰਟ ਨੇ ਆਪਣੀ ਵਿਜ਼ਨ ਦੇ ਵਿੱਚ ਉਹਨੂੰ ਸੈੱਟ ਅਸਾਈਡ ਕਰਤਾ। ਹੁਣ ਮੈਰਿਟ ਦੇ ਉੱਤੇ ਸਾਰੀਆਂ ਗੱਲਾਂ ਬਾਤਾਂ ਨੇ। ਐਜੂਕੇਸ਼ਨ ਮਿਨਿਸਟਰ ਕਿੱਥੋਂ ਪਿਕਚਰ 'ਚ ਆਉਂਦਾ ਹੈ? ਐਜੂਕੇਸ਼ਨ ਮਿਨਿਸਟਰ ਪ੍ਰਾਈਮ ਫੈਸਾਈ ਆਪਾਂ ਕਿਸੇ ਸੁਸਾਈਡ ਨੋਟ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਲਿਖੀਏ ਤੇ ਜੇ ਉਹਨੇ ਪਰਸਨਲ ਲੈਵਲ ਦੇ ਉੱਤੇ ਹੈਰਸ ਕੀਤਾ ਹੋਵੇ ਕਿਸੇ ਨੂੰ, ਪਰਸਨਲ ਲੈਵਲ ਦੇ ਉੱਤੇ ਉਸਨੇ ਤੁਹਾਨੂੰ ਮਾਨਸਿਕ ਤੌਰ ਤੇ ਉਤਪੀੜਿਤ ਕੀਤਾ, ਹੁਣ ਇਹ ਚੀਜ਼ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਹੀ ਪੁਆਇੰਟ ਸੀ। ਅਦਰਵਾਈਜ਼ ਮੈਨੂੰ ਚਿੱਠੀ ਪੜ੍ਹ ਕੇ ਤਾਂ ਕਿਸੇ ਨੀਤੀਗਤ ਫੈਸਲੇ ਲਈ ਤੁਸੀਂ ਮੰਤਰੀ ਨੂੰ ਜ਼ਿੰਮੇਵਾਰ, ਕੱਲ੍ਹ ਨੂੰ ਤੁਸੀਂ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਜਸਟਿਨ ਟਰੂਡੋ ਨੂੰ, ਜੋ ਬਾਈਡਨ ਨੂੰ, ਨਰਿੰਦਰ ਮੋਦੀ ਨੂੰ ਕੋਈ ਸੁਸਾਈਡ ਨੋਟ ਦੇ ਵਿੱਚ ਨਾਂ ਲਿਖ ਕੇ ਚਲਾ ਜਾਏਗਾ, ਯੂ ਨੋ ਕੀ ਇਸ ਦਾ ਮਤਲਬ ਉਹ ਜ਼ਿੰਮੇਵਾਰ ਹੋ ਗਏ ਕਿਉਂਕਿ ਇਹ ਪਾਲਿਸੀ ਡਿਸੀਜਨਸ ਨੇ। ਪਾਲਿਸੀ ਡਿਸੀਜਨ ਆਪਣੀ ਆਫੀਸ਼ੀਅਲ ਕੈਪੈਸਿਟੀ ਦੇ ਵਿੱਚ ਲੈ ਰਹੇ ਨੇ ਐਜ਼ ਐਜੂਕੇਸ਼ਨ ਮਿਨਿਸਟਰ, ਐਂਡ ਐਜੂਕੇਸ਼ਨ ਮਿਨਿਸਟਰ ਇਜ਼ ਗਾਈਡਡ ਬਾਈ ਦ ਪਾਲਿਸੀ ਆਫ ਦ ਗਵਰਨਮੈਂਟ। ਤਾਂ ਉਹ ਤਾਂ ਫਿਰ ਇਟ ਇਜ਼ ਅ ਡਿਸੀਜਨ ਦੈਟ ਇਜ਼ ਟੂ ਬੀ ਟੇਕਨ ਬਾਈ ਦ ਗਵਰਨਮੈਂਟ ਐਟ ਦ ਡਿਪਾਰਟਮੈਂਟ ਲੈਵਲ। ਉਹਦੇ ਵਿੱਚ ਇੱਕ ਬੰਦਾ ਇਨਵੋਲਵ ਨਹੀਂ ਆ। ਹਾਂ, ਜੇ ਇਸ ਮਹਿਲਾ ਪ੍ਰੋਫੈਸਰ ਦੇ ਨਾਲ ਕੋਈ ਵਿਅਕਤੀਗਤ ਲੈਵਲ ਦੇ ਉੱਤੇ ਐਜੂਕੇਸ਼ਨ ਮਿਨਿਸਟਰ ਦੇ ਨਾਲ ਕਦੀ ਮਿਲਣਾ ਹੋਇਆ ਹੋਵੇ, ਇਹਨਾਂ ਦਾ ਕੋਈ ਅਜਿਹੀ ਗੱਲ ਘਟਨਾ ਹੋਈ ਜਿੱਥੇ ਕਿ ਇਸ ਮਹਿਲਾ ਦਾ ਇੰਟਰੈਕਸ਼ਨ ਹੋਈ ਤੇ ਉੱਥੇ ਇਸ ਨੂੰ ਐਜੂਕੇਸ਼ਨ ਮਿਨਿਸਟਰ ਨੇ ਮਿਸਟ੍ਰੀਟ ਕੀਤਾ, ਮਿਸਬਿਹੇਵ ਕੀਤਾ, then it becomes a fit case। ਉੱਥੇ then she has a grievance ਕਿ ਜੀ ਮੇਰੇ ਨਾਲ ਮੈਨੂੰ ਜਲਾਲਤ ਮਹਿਸੂਸ ਹੋਈ ਜਾਂ ਮੈਨੂੰ ਤਣਾਅ ਮਹਿਸੂਸ ਹੋਇਆ। ਸੋ ਦੇਖੋ ਉਹਦੀ ਤਾਂ ਆਪਣੀ ਮਾਨਸਿਕ ਅਵਸਥਾ ਹੈ। ਮਰਨ ਵਾਲਾ ਤਾਂ ਮਰ ਗਿਆ, ਜਿਹਨੇ ਆਤਮ ਹੱਤਿਆ ਕਰਨੀ ਸੀ, ਖੁਦਕੁਸ਼ੀ ਕਰ ਲਈ। ਉਹਦੇ ਬਾਰੇ ਆਪਾਂ ਤਾਂ ਹੁਣ ਕੀ ਕਹਿ ਸਕਦੇ ਹਾਂ ਵੀ ਉਹਦੇ ਮਨ ਦੀ ਕੀ ਅਵਸਥਾ ਸੀ। ਲੇਕਿਨ ਉਹਦੇ ਨਾਲ ਦਾ ਜਿਹੜਾ ਭਾਈਚਾਰਾ ਬੈਠਾ ਧਰਨੇ ਦੇ ਉੱਤੇ, ਇਹ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ। ਐਵਰੀਬੋਡੀ ਸੋਸਾਇਟੀ ਦੇ ਵਿੱਚ ਰੋਲ ਹੈ, ਤੁਹਾਡੇ ਨਾਲ ਲੋਕ ਤਣਾਅ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਉਹ ਬੇਰੁਜ਼ਗਾਰ ਹੈਗੇ ਨੇ, ਇੱਕ ਦੂਸਰੇ ਨੂੰ ਸਪੋਰਟ ਦੇਣੀ ਬਣਦੀ ਹੈ ਤੇ ਉਹ ਦਿੱਤੀ ਵੀ ਹੋਣੀ ਹੈ। ਲੇਕਿਨ ਚਲੋ ਕਈ ਲੋਕ ਕਮਜ਼ੋਰ ਹੁੰਦੇ ਨੇ, ਵਲਨਰੇਬਲ ਹੈਗੇ ਨੇ, ਉਹ ਨਹੀਂ ਸਹਾਰ ਸਕੀ ਉਸ ਦਰਦ ਨੂੰ। ਹੋ ਗਿਆ, ਮਤਲਬ ਅਨਫੋਰਚੂਨੇਟ, ਨਹੀਂ ਹੋਣਾ ਚਾਹੀਦਾ ਸੀ, ਹੋ ਗਿਆ। ਲੇਕਿਨ ਹੁਣ ਤੁਸੀਂ ਉਸ ਤੋਂ ਬਾਅਦ ਉਹਨੂੰ ਚੱਜ ਦੇ ਤਰੀਕੇ ਦੇ ਨਾਲ ਨਾ ਤਾਂ ਗਵਰਨਮੈਂਟ ਹੈਂਡਲ ਕਰ ਪਾਈ। ਰੋਪੜ ਪੁਲਿਸ ਦਾ ਤਾਂ ਮਤਲਬ ਕਮਾਲ ਹੀ ਕਰਤਾ ਉਹਨਾਂ ਨੇ ਤਾਂ। ਸੱਚ ਐਨ ਅਨਫੋਰਚੂਨੇਟ ਐਂਡ ਐਟ ਏ ਸੀਨੀਅਰ ਅਫਸਰ ਜੋ ਕਿ ਦੇਖੋ ਇਹ ਕਿਸੇ ਨਾਰਮਲ ਸਧਾਰਨ ਜਿਹੇ ਵਕੀਲ ਨੂੰ ਸਮਝਾ ਦਿਓ, ਚਿੱਠੀ ਦਿਖਾ ਦਿਓ। ਮੇਰੇ ਵਰਗਾ ਪੱਤਰਕਾਰ ਚਿੱਠੀ ਦੇਖ ਕੇ ਕਹਿ ਸਕਦਾ ਕਿ ਕੇਸ ਹਰਜੋਤ ਬੈਂਸ ਦੇ ਖਿਲਾਫ ਉਵੇਂ ਨਹੀਂ ਬਣਦਾ ਅਨਲੈਸ ਐਂਡ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਹੋਰ ਤੱਥ ਉਭਰਨ ਜਿਨ੍ਹਾਂ ਦਾ ਜ਼ਿਕਰ ਇਸ ਸੁਸਾਈਡ ਲੈਟਰ ਦੇ ਵਿੱਚ ਨਹੀਂ ਹੋਇਆ। ਠੀਕ ਹੈ ਨਾ, ਜਿੰਨੀ ਗੱਲ ਸੁਸਾਈਡ ਨੋਟ ਦੇ ਵਿੱਚ ਲਿਖੀ ਗਈ ਉਹਨਾਂ ਦੀ ਫਰਸਟ੍ਰੇਸ਼ਨ ਸਭ ਦਿਸਦਾ ਹੈ,
ਲੇਕਿਨ ਐਜੂਕੇਸ਼ਨ ਮਿਨਿਸਟਰ ਇਜ਼ ਨਾਟ ਲਾਇਬਲ ਫॉर ਦਿਸ ਸਿਚੁਏਸ਼ਨ। ਉਹ ਵੀ ਖਾਸ ਕਰਕੇ ਅਜਿਹਾ ਫੈਸਲਾ ਜੋ ਕਿ ਉਸ ਦੀ ਸਰਕਾਰ ਦੇ ਵਕਤ ਨਹੀਂ ਹੋਇਆ, ਐਸਾ ਫੈਸਲਾ ਜੋ ਕਿ ਹਾਈ ਕੋਰਟ ਨੇ ਜਿਸ ਉੱਤੇ ਫਾਈਨਲ ਡਿਸੀਜਨ ਦਿੱਤਾ। ਤੁਸੀਂ ਕੱਲ੍ਹ ਨੂੰ ਤੁਸੀਂ ਹਾਈ ਕੋਰਟ ਦੇ ਜੱਜਾਂ ਦਾ ਨਾਮ ਲਿਖ ਕੇ ਸੁਸਾਈਡ ਨੋਟ ਕਰ ਦਿਓ। ਹਾਂ करने को ਤੁਸੀਂ ਕਿਸੇ ਜੱਜ ਦਾ ਵੀ ਨਾਮ ਲਿਖ ਸਕਦੇ ਹੋ। ਦੈਟ ਮੀਨਸ ਕਿ ਜੱਜ, ਕਿਉਂਕਿ ਜੱਜ ਆਪਣੀ ਕੈਪੈਸਿਟੀ ਦੇ ਵਿੱਚ ਐਜ਼ ਅ ਹਾਈ ਕੋਰਟ ਜੱਜ ਉਹਨੇ ਕੋਈ ਫੈਸਲਾ ਦਿੱਤਾ, ਮਤਲਬ ਹਰਜੋਤ ਬੈਂਸ ਤੋਂ ਵੱਡਾ ਤਾਂ ਜ਼ਿੰਮੇਵਾਰ ਹਾਈ ਕੋਰਟ ਦਾ ਜੱਜ ਹੈ ਜਿਸ ਨੇ ਫੈਸਲਾ ਦਿੱਤਾ ਸੀ। ਫਿਰ ਜੇ ਆਪਾਂ ਉਸ ਪੈਰਾਮੀਟਰ ਤੇ ਗੱਲ ਕਰੀਏ, ਬਟ ਦੈਟ ਇਜ਼ ਨਾਟ ਹਾਊ ਇਟ ਵਰਕਸ। ਤੇ ਆ ਜਿਹੜਾ ਸੁਸਾਈਡ ਨੋਟ ਦੇ ਵਿੱਚ ਨਾ ਆ ਗਿਆ, ਹੁਣ ਉਹਦੀ ਮਤਲਬ ਆਪੋਜੀਸ਼ਨ ਪਾਰਟੀਆਂ ਨੂੰ ਦੇਖੋ, ਇਹਨਾਂ ਨੇ ਰਾਜਨੀਤੀ ਕਰਨੀ ਹੈ। ਅਕਾਲੀ ਦਲ ਮੈਂ ਦੇਖ ਰਿਹਾ ਸੀ, ਕਾਂਗਰਸ ਦੀ ਲੀਡਰਸ਼ਿਪ ਪਹੁੰਚ ਗਈ ਉੱਥੇ, ਉਹ ਕਹਿੰਦੇ ਹਰਜੋਤ ਬੈਂਸ ਦੇ ਦੁਆਲੇ ਹੋਏ ਨੇ ਸਾਰੇ। ਸੋ ਦੇ ਵਾਂਟ ਕਿ ਐਜੂਕੇਸ਼ਨ ਮਿਨਿਸਟਰ ਨੂੰ ਹਟਾਓ, ਕੰਟਰੋਵਰਸੀ ਕ੍ਰੀਏਟ ਹੋਵੇ, ਐਂਡ ਇਹ ਲਾਸ਼ਾਂ ਦੇ ਉੱਤੇ ਰਾਜਨੀਤੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ। जी जी। जैसे दिल्ली में भी आम आदमी पार्टी की गवर्नमेंट जब आई थी पहली बार 2015 में, तब भी एड हॉक पोजीशंस को लेकर के बहुत एजिटेशन चल रहा था। बड़ी उम्मीदें थी टीचर्स की कि भैया रेगुलराइजेशन हो जाएंगे। उस हिसाब से हुआ नहीं। मनीष सिसोदिया जो एजुकेशन मिनिस्टर थे वो भी उन्होंने वायदे किए, लेकिन कुछ हुआ नहीं। तो जो अब बीजेपी कह रही है, सुनील जाखड़ साहब ने कहा है कि आम आदमी पार्टी ने वादा तो किया था कि धरने बंद कर देंगे, हर जगह बंद हो जाएंगे उनकी गवर्नमेंट आने से, लेकिन अब जो है धरने हर जगह पैदा हो गए हैं, हर कोई धरने पे बैठा हुआ है। और अकाली दल ने भी ये कहा है कि भाई एजुकेशन मिनिस्टर से आप एक सवाल तो पूछिए, क्योंकि उनके घर के सामने सितंबर से ये धरना बैठा हुआ है। क्या उनकी कोई भी जिम्मेदारी नहीं बनती है कि चलिए ठीक है, हम ये कह सकते हैं कि डायरेक्टली वो इन्वॉल्व नहीं थे तो फिर उन पे शायद ये केस नहीं बनता है, लेकिन फिर भी एक मॉरल रिस्पॉन्सिबिलिटी तो है। बिल्कुल है, क्योंकि एजुकेशन मिनिस्टर हैं। तो लाशों की राजनीति, चलिए बिल्कुल सही बात है, लेकिन क्या ये सवाल पूछना है जो ऑपोजिशन की जिम्मेदारी नहीं है कि मतलब आप क्या कर रहे हैं? 2 महीने से आपके घर के सामने एजिटेशन बैठा हुआ है, आपने कुछ किया नहीं। इसके बाद पुलिस ने जो है वो कहा, उसने कहा कि भाई देखिए इनके खिलाफ तो जो है बहुत से हैरेसमेंट इनका घर पे हो रहा था, 2 मिसकैरेजेस हो गए क्योंकि एक बेटी पैदा की इन्होंने, तो जो है उनके भाई के कंप्लेंट पे पुलिस पकड़ के लेके गई हैं। तो आपको नहीं लगता है कि मतलब ये सवाल पूछना ऑपोजिशन की जिम्मेदारी भी है कि भाई क्यों आपके टाइम पे ये सब हो रहा है? मतलब इतने एजिटेशन हर बार, कोई पटवारी ग्रुप बैठ जाता है, कभी कोई और बैठ जाता है, अब ये टीचर्स नहीं, पर ये एजिटेशन ਤਾਂ ਇਹਨਾਂ ਦੀ ਆਪਣੀਆਂ ਸਰਕਾਰਾਂ ਵਕਤ ਵੀ ਹੋਏ ਨੇ, ਇਹ ਆਮ ਆਦਮੀ ਪਾਰਟੀ ਦੇ ਵਕਤ ਨਹੀਂ ਹੋ ਰਹੇ। ਇਨਫੈਕਟ ਆ ਜਿਹੜਾ अब ਜੇ ਆਪਾਂ ਸਪੈਸੀਫਿਕਲੀ ਇਸ ਅਸਿਸਟੈਂਟ ਪ੍ਰੋਫੈਸਰ ਦੀ ਗੱਲ ਕੀਤੀ ਹੈ, ਇੱਕ ਦੇਖੋ ਇਸ ਤੋਂ ਪਹਿਲਾਂ ਵੀ ਟੀਚਰ ਧਰਨੇ ਤੇ ਰਹੇ ਨੇ। ਈਟੀਟੀ ਟੀਚਰਸ ਦਾ ਐਡਾ ਲੰਬਾ ਚੌੜਾ ਕਈ ਮਤਲਬ ਡੈਕੇਡਸ ਤੱਕ ਚੱਲਿਆ, ਡੇਢ ਦਹਾਕੇ ਤੱਕ ਚੱਲਦਾ ਰਿਹਾ। ਅਜੇ ਵੀ ਗੈਸਟ ਟੀਚਰਸ, ਗੈਸਟ ਫੈਕਲਟੀ ਦੇ ਪ੍ਰੋਬਲਮਸ, ਗ੍ਰੀਵਾਂਸਸ ਹੈਗੇ ਨੇ, ਮਤਲਬ ਧਰਨੇ ਹੁੰਦੇ ਨੇ, ਲਾਠੀਆਂ ਪੈਂਦੀਆਂ ਨੇ, ਸਭ ਕੁਝ ਹੋ ਰਿਹਾ, ਐਵਰੀਥਿੰਗ ਇਜ਼ ਹੈਪਨਿੰਗ। ਟੈਂਕੀਆਂ ਦੇ ਅਜੇ ਵੀ ਚੜ੍ਹ ਜਾਂਦੇ ਨੇ, ਇਹਨਾਂ ਦੇ ਟਾਈਮਾਂ ਦੇ ਵੀ ਚੜ੍ਹਦੇ ਰਹੇ। ਸੋ ਉਹ ਐਜੀਟੇਸ਼ਨ ਸਮਾਜ ਦੇ ਵਿੱਚ, ਟੀਚਰਾਂ ਦੇ ਖਾਸ ਕਰਕੇ ਭਾਈਚਾਰੇ ਦੇ ਵਿੱਚ, ਵਰਗ ਦੇ ਵਿੱਚ ਇੱਕ ਬੜਾ ਵੱਡਾ ਤਬਕਾ ਹੈ ਜੋ ਕਿ ਕਿਸੇ ਨਾ ਕਿਸੇ ਕਾਰਨ ਤੋਂ ਸੈਟਿਸਫਾਈ ਨਹੀਂ ਹੈ। ਲੇਕਿਨ ਉਹਨਾਂ ਦੇ 10-10, 15-15 ਸਾਲਾਂ ਤੋਂ ਜਿਹੜੇ ਪੈਂਡਿੰਗ ਇਸ਼ੂਜ਼ ਰਿਜ਼ੋਲਵ ਕੋਈ ਸਰਕਾਰ ਨਹੀਂ ਕਰ ਪਾਈ। ਹੁਣ ਇਹ ਕਿਹੜੇ ਮੂੰਹ ਨਾਲ ਸਵਾਲ ਪੁੱਛਣਗੇ? ਉਹ ਵੀ ਇਸ ਕੇਸ ਦੇ ਵਿੱਚ ਜਿੱਥੇ ਕਿ ਕੰਡੇ ਇਹਨਾਂ ਨੇ ਖੁਦ ਬੀਜੇ ਨੇ। ਮੈਂ ਕਹਾਂਗਾ ਨਾ ਵੀ ਤੁਸੀਂ ਜਿਹੜੇ ਕਾਂਟੇ ਆਪਨੇ ਖੁਦ ਬੋਏ ਹੈ, ਠੀਕ ਹੈ ਨਾ। ਤੁਸੀਂ ਦੱਸੋ ਵੀ ਇਲੈਕਸ਼ਨ ਸਾਹਮਣੇ ਹੋਵੇ, ਤੁਸੀਂ 3 ਮਹੀਨੇ ਪਹਿਲਾਂ ਭਰਤੀਆਂ ਕਰਨੀਆਂ ਨੇ, ਤੁਸੀਂ ਘੱਟੋ ਘੱਟ ਕੋਈ ਰੂਲ ਫੋਲੋ ਕਰੋਗੇ? UGC ਦਾ ਕੋਈ ਨੋਰਮ ਫੋਲੋ ਕਰੋ, PPSC ਨੂੰ ਕੋਈ ਥਰੂ ਅਪਾਇੰਟਮੈਂਟ ਕਰਾਓ। ਤੁਸੀਂ 2 ਯੂਨੀਵਰਸਿਟੀਆਂ ਨੂੰ ਜ਼ਿੰਮੇਵਾਰੀ ਦਿੱਤੀ, ਉਹਦੇ 'ਚ ਐਡੀ ਗਲੇਰਿੰਗ ਇਰੈਗੂਲੈਰਿਟੀਜ਼ ਨੇ, ਕਪਲੇ ਤੱਕ ਹੋਏ ਨੇ ਮਾਈਂਡ ਯੂ। ਹਾਈ ਕੋਰਟ ਦੇ ਸਾਹਮਣੇ ਜਦੋਂ ਚੀਜ਼ ਗਈ ਨਾ, ਹਾਈ ਕੋਰਟ ਨੇ ਉਡਾ ਕੇ ਉਹ ਕੇਸ ਮਾਰਿਆ, ਐਂਡ ਰਾਈਟਲੀ ਸੋ। ਉਸ 'ਚ ਟੀਚਰਸ ਦਾ ਕੋਈ ਕਸੂਰ ਨਹੀਂ, ਅਸਿਸਟੈਂਟ ਪ੍ਰੋਫੈਸਰ ਦਾ ਕੋਈ ਕਸੂਰ ਨਹੀਂ। ਜਿਹੜੇ ਚੁਣੇ ਗਏ ਨੇ, ਜ਼ਿਆਦਾਤਰ ਇਹਨਾਂ 'ਚੋਂ ਐਸੇ ਹੈਗੇ ਨੇ ਜਿਹੜੇ ਕਿ ਮੈਰਿਟ 'ਤੇ ਚੁਣੇ ਗਏ ਹੋਣਗੇ, ਲੇਕਿਨ ਐਟ ਦ ਐਂਡ ਆਫ ਦਾ ਡੇ ਉਹਦੇ 'ਚ ਮਨਮਾਨੀਆਂ ਵੀ ਬਹੁਤ ਹੋਈਆਂ, ਕਿਉਂਕਿ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਘੱਟ ਸੀ, ਜਵਾਬ ਨਹੀਂ ਮਿਲ ਰਹੇ ਸੀਗੇ। ਜਦੋਂ ਪੁੱਛੇ ਗਏ, ਹਾਈ ਕੋਰਟ ਨੇ 4 ਸਵਾਲ ਪੁੱਛੇ, ਦੇ ਵਰ ਸਪੀਚਲੈਸ ਆਫਿਸਰਸ, ਸੈਕਟਰੀ ਲੈਵਲ ਦੇ, ਐਜੂਕੇਸ਼ਨ ਸੈਕਟਰੀ, ਐਜੂਕੇਸ਼ਨ ਮਿਨਿਸਟਰ, ਦ ਗਵਰਨਮੈਂਟ ਵਾਜ਼ ਲੈਫਟ ਹਾਈ ਐਂਡ ਡਰਾਈ। ਉਹਨਾਂ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਸੀ, ਉਹਨੇ ਤਾਂ ਸਰਕਾਰ ਬਣੀ ਨਹੀਂ ਕਾਂਗਰਸ ਦੀ। ਚਰਨਜੀਤ ਚੰਨੀ ਦੇ ਟਾਈਮ ਪ੍ਰਗਟ ਸਿੰਘ ਵਾਜ਼ ਦ ਐਜੂਕੇਸ਼ਨ ਮਿਨਿਸਟਰ, ਲੇਕਿਨ ਇਹ ਟੀਚਰਾਂ ਨੂੰ ਟਾਂਗੇ। ਕਈ ਇਹਨਾਂ ਦੇ ਵਿੱਚੋਂ ਨੌਕਰੀਆਂ ਛੱਡ ਕੇ ਇਹਨਾਂ ਨੇ ਜੁਆਇਨ ਕੀਤਾ ਵੀ ਸਰਕਾਰ ਦੇ ਚਲੋ ਅਸਿਸਟੈਂਟ ਪ੍ਰੋਫੈਸਰ ਬਣ ਜਾਗੇ। ਕਈਆਂ ਨੂੰ ਨਿਯੁਕਤੀ ਪੱਤਰ ਮਿਲੇ, ਕਈ ਰਹਿ ਗਏ, ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਸੈਟ ਅਸਾਈਡ ਕਰਤਾ। ਹੁਣ ਪੋਲੀਟੀਕਲ ਪਾਰਟੀਆਂ ਨੇ ਤਾਂ ਚਲੋ ਠੀਕ ਹੈ, ਇਹ ਚੀਜ਼ ਦੇਖੋ, ਇਹ ਤਾਂ ਆਪਾਂ ਵੀ ਸਵਾਲ ਪੁੱਛਾਂਗੇ। ਪੋਲੀਟੀਕਲ ਪਾਰਟੀਆਂ ਵੀ ਬਿਲਕੁਲ ਠੀਕ ਕਹਿ ਰਹੇ ਨੇ, ਤੁਸੀਂ ਉਹਨਾਂ ਦੇ ਪਰਿਵਾਰ ਨੂੰ ਕਿਉਂ ਤੰਗ ਕਰ ਰਹੇ ਹੋ? ਵਾਈ ਆਰ ਯੂ ਟਰਾਈਂਗ ਟੂ ਡਾਇਵਰਟ ਜਸਟ ਬਿਕੋਜ਼ ਐਜੂਕੇਸ਼ਨ ਮੰਤਰੀ ਦਾ ਜੇ ਸੁਸਾਈਡ ਨੋਟ ਨਾ ਹੁੰਦਾ ਤਾਂ ਫਿਰ ਤੁਸੀਂ ਕੀ ਉਹਨਾਂ ਦੇ ਘਰਦਿਆਂ ਦੇ ਖਿਲਾਫ ਕੇਸ ਰਜਿਸਟਰ ਕਰਨਾ ਸੀ? ਕਦੇ ਨਹੀਂ ਕਰਨਾ ਸੀ। ਕਿਉਂਕਿ ਗੱਲ ਇਹ ਸੀ ਵੀ ਹੁਣ ਸੁਸਾਈਡ ਨੋਟ ਦੇ ਵਿੱਚ ਹਰਜੋਤ ਬੈਂਸ ਦਾ ਨਾਮ ਹੈ, ਉਹ ਤਾਂ ਕਹਿੰਦਾ ਕਿ ਪਾਲਾ ਮਾਰ ਰਿਹਾ, ਆਪਣੇ ਅੰਦਰ ਦਾ ਡਰ ਮਾਰਦਾ ਪਿਆ, ਜਦ ਕਿ ਗੱਲ ਕੁਝ ਵੀ ਨਹੀਂ ਹੈ। ਮੈਂ ਤੁਹਾਨੂੰ ਪੂਰਾ ਲੌਜਿਕ ਸਮਝਾ ਚੁੱਕਾ, ਕਾਨੂੰਨ ਕੀ ਕਹਿੰਦਾ ਹੈ, ਸੁਪਰੀਮ ਕੋਰਟ ਤੱਕ ਦੇ ਆਰਡਰ ਆ ਚੁੱਕੇ ਨੇ। ਇਹ ਜ਼ਰੂਰੀ ਨਹੀਂ ਹੈ ਵੀ ਸੁਸਾਈਡ ਨੋਟ ਦੇ ਵਿੱਚ ਕਿਸੇ ਨੇ ਵੀ ਕਿਸੇ ਵਿਅਕਤੀ ਦਾ ਨਾਂ ਲਿਖਤਾ ਤਾਂ ਉਹ ਦੋਸ਼ੀ ਹੋ ਗਿਆ, ਲੇਕਿਨ ਫੇਅਰ ਇਨਵੈਸਟੀਗੇਸ਼ਨ ਚਾਹੀਦੀ ਹੈ। ਐਜੂਕੇਸ਼ਨ ਮਿਨਿਸਟਰ ਤੋਂ ਘੱਟੋ ਘੱਟ ਉਹਨਾਂ ਤੋਂ ਆਪਣੇ ਬਿਆਨ ਲਓ, ਉਹਨਾਂ ਤੋਂ ਪੁੱਛਗਿੱਛ ਕਰੋ, ਐਂਡ ਦ ਸੈਂਬਲੈਂਸ ਆਫ ਫੇਅਰ ਇਨਕੁਆਇਰੀ ਸ਼ੁੱਡ ਬੀ ਦੇਅਰ। ਹੁਣ ਕਿਉਂ ਹੋ ਰਿਹਾ ਹੈਗਾ? ਤੁਸੀਂ ਐਜੂਕੇਸ਼ਨ ਮੰਤਰੀ
ਐਂਡ ਯੂ ਨੋ ਐਜੂਕੇਸ਼ਨ ਮੰਤਰੀ ਦਾ ਤਾਂ ਆਪਣਾ ਦੇਖੋ ਲੈਕ ਆਫ ਹਿਸ ਰੈਪੋ, ਇਹ ਕਿੰਨੇ ਮਹੀਨਿਆਂ ਤੋਂ ਐਜੂਕੇਸ਼ਨ ਮੰਤਰੀ ਹੈ ਹੁਣ, ਤੇ ਇਹਨਾਂ ਦਾ ਕੋਈ ਰਾਬਤਾ ਹੀ ਨਹੀਂ ਹੈਗਾ ਕੁਝ ਆਪਣੇ ਲੋਕਾਂ ਦੇ ਨਾਲ। ਅਦਰਵਾਈਜ਼ ਬਣਦਾ ਸੀ ਇਸ ਤਰੀਕੇ ਦੀ ਘਟਨਾ ਹੋਈ ਹੈ, ਇਹਨਾਂ ਨੂੰ ਖੁਦ ਜਾਣਾ ਚਾਹੀਦਾ ਸੀ, ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ, ਟੀਚਰਸ ਨੂੰ ਕਹਿੰਦੇ ਕਿ ਨਹੀਂ ਇਹ ਬਹੁਤ ਸੀਰੀਅਸ ਹੋਇਆ ਹੈ। ਮਤਲਬ ਦੇਖੋ ਗੱਲ ਸੁਣਵਾਈ ਦੇ ਵਿੱਚ ਹੈ, ਇਹ ਤਾਂ ਕਹਿੰਦੇ ਸੁਣਦੇ ਵੀ ਨਹੀਂ ਸੀ ਉਹਨਾਂ ਦੀ ਗੱਲ। ਦਿਸ ਐਜੂਕੇਸ਼ਨ ਮਿਨਿਸਟਰ ਵਾਸ ਸੋ ਇੰਡਿਫਰੈਂਟ ਕਿ ਹੀ ਨੈਵਰ, ਮਤਲਬ ਠੀਕ ਹੈ ਚਲੋ ਉਹ ਬੰਦੇ ਗਲਤ ਨੇ, ਆਪਾਂ ਇਹ ਗਲਤ ਇਨ ਦ ਸੈਂਸ ਕਿ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹਨੂੰ ਸਰਕਾਰ ਇਸ ਵਕਤ ਇਹਨਾਂ ਹਾਲਾਤਾਂ 'ਚ ਪੂਰਾ ਨਹੀਂ ਕਰ ਸਕਦੀ। ਤੁਸੀਂ ਸਮਝੋ ਹਾਈ ਕੋਰਟ ਦਾ ਇੱਕ ਆਰਡਰ ਹੈ, ਉਹਦੇ ਸਾਹਮਣੇ ਲਿਮਿਟੇਸ਼ਨਸ ਨੇ, ਲੇਕਿਨ ਸਰਕਾਰ ਕੋਈ ਹੱਲ ਤਲਾਸ਼ ਸਕਦੀ ਹੈ। ਤੁਸੀਂ ਆਪਸ ਦੇ ਵਿੱਚ ਇੱਕ ਚੈਨਲ ਤਾਂ ਖੋਲ ਕੇ ਰੱਖੋ, ਇਹ ਬੰਦੇ ਬੈਠੇ ਨੇ, ਉਹ ਇਨਸਾਨ ਹੈਗੇ ਨੇ, ਉਹ ਪੜ੍ਹੇ ਲਿਖੇ ਐਜੂਕੇਟਿਡ ਲੋਕ ਹੈਗੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਐਡਰੈਸ ਕਰਨਾ, ਤੁਸੀਂ ਉਹਨਾਂ ਨਾਲ ਕਿਵੇਂ ਆਪਣਾ ਯੂ ਹੈਵ ਟੂ ਯੂ ਨੋ ਬਿਲਡ ਯੋਰ ਬ੍ਰਿਜਸ ਵਿਦ ਦੈਮ, ਐਂਡ ਤੁਸੀਂ ਆਪਣੇ ਆਪ 'ਚ ਐਂਡ ਬੀਇੰਗ ਐਨ ਐਜੂਕੇਸ਼ਨ ਮਿਨਿਸਟਰ ਯੂ ਨੀਡਡ ਟੂ ਬੀ ਸਲਾਈਟਲੀ ਮੋਰ ਇਨ ਟੱਚ। ਲੇਕਿਨ ਉਹ ਇੰਜ ਅਨਫੋਰਚੂਨੇਟ ਪਾਰਟ ਹੈ, ਸਾਰੇ ਐਜੂਕੇਸ਼ਨ ਮਿਨਿਸਟਰਸ ਦਾ ਹੀ ਹਾਲ ਰਿਹਾ ਪੰਜਾਬ ਦੇ ਵਿੱਚ। ਅੱਜ ਆਪੋਜੀਸ਼ਨ ਪਾਰਟੀਆਂ ਬਹੁਤ ਰੌਲਾ ਪਾ ਰਹੀਆਂ ਨੇ, ਇਹਨਾਂ ਦੇ ਵੀ ਪੱਲੇ ਕੁਝ ਨਹੀਂ ਹੈ, ਦੇ ਹੈਵ ਜਸਟ ਨਥਿੰਗ ਟੂ ਯੂ ਨੋ, ਇਹਨਾਂ ਦੇ ਆਪਣੇ ਸਮਿਆਂ ਦੇ ਉੱਤੇ ਮਸਲੇ ਹੱਲ ਨਹੀਂ ਹੋਏ। ਅੱਜ ਇਹਨਾਂ ਤੋਂ ਮੈਂ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਉੱਥੇ ਜਾ ਕੇ ਧਰਨੇ 'ਚ ਬੈਠੀ, ਉਹਨਾਂ ਤੋਂ ਪੁੱਛਿਆ ਜਾਵੇ ਵੀ ਤੁਸੀਂ ਕੀ ਕੜੀ ਘੋਲ ਕੇ ਗਏ ਸੀ, ਬਿਕੋਜ਼ ਯੂ ਓਨਲੀ ਹੈਡ ਇਲੈਕਸ਼ਨਸ ਇਨ ਮਾਈਂਡ। ਤੁਸੀਂ ਸੀ ਵੀ ਅਸੀਂ, ਇਟ ਵਾਜ਼ ਅ ਫੇਲਿਅਰ ਆਫ ਗਵਰਨੈਂਸ, ਇਟ ਵਾਜ਼ ਅ ਫੇਲਿਅਰ ਆਫ ਗਵਰਨਮੈਂਟ ਵਿਚ ਅਲਾਉਡ ਦਿਸ ਫਾਲਟੀ ਸਿਲੈਕਸ਼ਨ ਪ੍ਰੋਸੈਸ ਟੂ ਬੀ proceeded ahead with, to later you know lead the situation to such a point where the whole selection process had to be annulled। ਯਾਨੀ ਕਿ ਤੁਸੀਂ ਉਸ ਨੂੰ ਉਸ ਮੁਹਾਰੇ ਤੱਕ ਲੈ ਕੇ ਆਏ, ਉਹਨਾਂ ਨੂੰ ਝੂਠੇ ਇੱਕ ਤਰੀਕੇ ਦਾ ਸਬਜ਼ਬਾਗ ਹੀ ਕਹਿ ਦਾਂਗੇ ਨਾ ਵੀ ਚਲੋ ਤੁਹਾਡੀ ਨੀਅਤ ਨਹੀਂ ਸੀ ਝੂਠੇ ਸਬਜ਼ਬਾਗ, ਲੇਕਿਨ ਤੁਹਾਨੂੰ ਪਤਾ ਵੀ ਹੈ ਜੇ ਤੁਸੀਂ ਪ੍ਰੋਸੀਜਰ ਅਦਾਲਤਾਂ ਦੇ ਵਿੱਚ ਤਾਂ 2 ਮਿੰਟ ਲੱਗਦੇ ਨੇ, ਇੱਥੇ ਲੋਕਾਂ ਦੀ ਤਰੱਕੀਆਂ ਨੂੰ ਚੈਲੰਜ ਕਰਤਾ ਜਾਂਦਾ ਕੋਰਟਾਂ ਦੇ ਵਿੱਚ। ਇਹ ਤਾਂ ਇੱਕ ਅਜਿਹਾ 1000 ਤੋਂ ਵੱਧ ਤੁਸੀਂ ਕਾਲਜਾਂ ਦੇ ਟੀਚਰਸ ਭਰਤੀ ਕਰ ਰਹੇ ਹੋ, ਤੇ ਤੁਸੀਂ ਕਿਵੇਂ ਸੋਚ ਰਹੇ ਸੀ ਵੀ ਜੇ ਤੁਸੀਂ ਨਿਯਮਾਂ ਨੂੰ ਕਾਨੂੰਨਾਂ ਨੂੰ ਨਹੀਂ ਮੰਨੋਗੇ, ਇਰੈਗੂਲਰ ਤਰੀਕੇ ਦੇ ਨਾਲ ਭਰਤੀਆਂ ਕਰੋਗੇ ਤਾਂ ਤੁਹਾਨੂੰ ਅਦਾਲਤਾਂ ਦੇ ਵਿੱਚ ਰਿਲੀਫ ਮਿਲੇਗਾ। ਅਦਾਲਤਾਂ ਨੇ ਉਹ ਕੀਤਾ, ਨਿਰਸ ਕਰਤੇ। ਹੁਣ ਫਰਸਟ੍ਰੇਸ਼ਨ ਹੋਣਾ ਇੱਕ ਅਲੱਗ ਇਸ਼ੂ ਹੈ। ਬਿਲਕੁਲ। ਸੋ ਅਪੋਜੀਸ਼ਨ ਦੀ ਦੇਖੋ, ਜਾਂ ਤਾਂ ਅਪੋਜੀਸ਼ਨ ਇਹ ਚੀਜ਼ ਸਮਝੇ ਤੁਸੀਂ ਤੁਹਾਡੇ ਕੋਲ ਹੱਲ ਹੈ। ਅੱਜ ਧਰਨਾ, ਅੱਜ ਟੀਚਰ ਨੇ ਖੁਦਕੁਸ਼ੀ ਕਰ ਲਈ ਹੈ, ਤੇ ਜੇ ਐਜੂਕੇਸ਼ਨ ਮੰਤਰੀ ਦਾ ਨਾਂ ਨਾ ਲਿਖਿਆ ਹੁੰਦਾ ਉਸ ਚਿੱਠੀ ਦੇ ਵਿੱਚ, ਤੇ ਕੀ ਇਹ ਲੀਡਰ ਉੱਥੇ ਆ ਕੇ ਧਰਨੇ ਦੇ ਵਿੱਚ ਬੈਠਦੇ? ਮੈਂ ਬੜਾ ਸਿੰਪਲ ਪੁਆਇੰਟ ਕਰ, ਕਿਸੇ ਨੇ ਨਹੀਂ ਬੈਠਣਾ ਸੀ। ਅੱਜ ਐਵੇਂ ਨਹੀਂ ਇਹ ਡਾਰਾਂ ਲਾ ਕੇ ਆ ਰਹੇ ਜਿਹੜੇ ਲੀਡਰਸ਼ਿਪ ਆ ਰਹੀ, ਇਹਨਾਂ ਨੂੰ ਪਤਾ ਵੀ ਹੁਣ ਇਸ ਵਕਤ ਸਰਕਾਰ ਘਿਰ ਗਈ, ਲੋਕਾਂ ਦੀ ਭਾਵਨਾਵਾਂ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਸ ਮਹਿਲਾ ਦੇ ਨਾਲ। ਸੋ ਸਰਕਾਰ ਨੂੰ ਭੰਡਣਾ ਸੌਖਾ। ਸੋ ਇਹ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਧਰਨੇ ਮੁਜ਼ਾਹਰਿਆਂ 'ਚ ਆ ਕੇ ਬਹਿ ਗਏ ਨੇ। ਇਹਨਾਂ ਨੇ ਹੋਰ ਕੁਝ ਲੈਣਾ ਦੇਣਾ ਨਹੀਂ, ਦੇ ਹੈਵ ਨਥਿੰਗ ਟੂ ਡੂ। ਸੋ ਇਹ ਤਾਂ ਪੋਲੀਟਿਕਸ ਹੈ, ਮਤਲਬ ਇਹਨਾਂ ਦੀ ਰਾਜਨੀਤੀ ਦਾ। ਤੇ ਤੁਸੀਂ ਇਹ ਦੇਖੋ ਕਿ ਆਪਾਂ ਕੁਝ ਹਫ਼ਤੇ ਪਹਿਲਾਂ ਜਦੋਂ ਅਗਨੀਵੀਰ ਦੇ ਕੇਸ 'ਚ ਗੱਲ ਕੀਤੀ ਸੀ, ਮੈਂ ਉਸ ਵਿੱਚ ਕੀ ਕਿਹਾ ਸੀ ਤੁਹਾਨੂੰ ਗੱਲ, ਕਿ ਜਦੋਂ ਭਗਵੰਤ ਮਾਨ ਜਾ ਕੇ ਉੱਥੇ ਗੱਲ ਕਹਿੰਦੇ ਨੇ ਕਿ ਖੁਦਕੁਸ਼ੀ ਤੇ ਆਤਮ ਹੱਤਿਆ ਨੂੰ ਜਦੋਂ ਤੁਸੀਂ ਖੁਦ ਜਸਟੀਫਾਈ ਕਰਦੇ ਹੋ, ਆਪਾਂ ਕਿਹਾ ਸੀ ਵੀ ਰਾਹਤ ਤੁਸੀਂ ਦਿੱਤੀ, ਠੀਕ ਹੈ, ਪਰਿਵਾਰ ਨੂੰ ਲੋੜ ਸੀ, ਮਦਦ ਦੇਤੀ, ਚੰਗੀ ਗੱਲ ਹੈ, ਕੋਈ ਗਲਤੀ ਨਹੀਂ ਹੈ, ਲੇਕਿਨ ਤੁਸੀਂ ਇੱਕ ਖੁਦਕੁਸ਼ੀ ਨੂੰ, ਆਤਮ ਹੱਤਿਆ ਨੂੰ ਜਸਟੀਫਾਈ ਕਿਵੇਂ ਕਰੋਗੇ? ਤੁਸੀਂ ਆਉਣ ਵਾਲੀ, ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਫੋਲੋ ਕਰ ਰਿਹਾ ਸੀ, ਬਹੁਤ ਅਜਿਹੇ ਲੋਕਾਂ ਦੇ ਮੈਸੇਜ ਜਾਂ ਕੁਝ ਜਿਹੜੇ ਹੋਰ ਲੋਕ ਕਿਸੇ ਨਾ ਕਿਸੇ ਸੰਘਰਸ਼ ਦੇ ਵਿੱਚ ਨੇ, ਉਹ ਕਹਿੰਦੇ ਵੀ ਸਾਡਾ ਵੀ ਦਿਲ ਕਰਦਾ ਕਿ ਅਸੀਂ ਪ੍ਰੋਫੈਸਰ ਬਲਵਿੰਦਰ ਕੌਰ ਵਾਂਗ ਉਸੇ ਰਾਹ 'ਤੇ ਤੁਰ ਪਈਏ, ਸੁਸਾਈਡ ਕਰ ਲਈਏ। ਸੋ ਹੂ ਇਜ਼ ਗਲੋਰੀਫਾਈਂਗ ਦਿਸ? ਸਾਡੇ 'ਚ ਐਜ਼ ਅ ਮੀਡੀਆ, ਸਾਡੇ 'ਚ ਐਜ਼ ਅ ਸੋਸ਼ਲ ਸੈਗਮੈਂਟ ਇਹ ਤਾਕਤ ਨਹੀਂ ਹੈ ਕਿ ਅਸੀਂ ਗਲਤ ਨੂੰ ਗਲਤ ਕਹੀਏ। ਅੱਜ ਦੇ ਟਾਈਮ 'ਚ ਜਦੋਂ ਤੁਹਾਨੂੰ ਕਹਿਣਾ ਚਾਹੀਦਾ ਕਿ ਗਲਤ ਖੁਦਕੁਸ਼ੀ ਹੋਈ ਹੈ, ਨੋਬਡੀ ਇਜ਼ ਵਾਂਟਿੰਗ ਟੂ, ਸਾਨੂੰ ਸਭ ਨੂੰ ਪਤਾ, ਇਨਫਲੂਐਂਸਰਸ ਕੀ, ਮੀਡੀਆ ਕੀ, ਪੋਲੀਟੀਸ਼ੀਅਨਸ ਕੀ, ਸਾਰੇ ਨੇ ਉਹਨਾਂ ਨੂੰ ਹੀਰੋ ਬਣਾ ਕੇ ਰੱਖਤਾ। ਬਲਵਿੰਦਰ ਕੌਰ ਦੀ ਆਪਣੀ ਮਾਨਸਿਕ ਤਣਾਅ, ਪਰੇਸ਼ਾਨੀ, ਉਹਦਾ ਜਿਹੜਾ ਦੁੱਖ ਹੈ, ਉਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ, ਲੇਕਿਨ ਉਹ ਰੋਲ ਮਾਡਲ ਨਹੀਂ ਹੋ ਸਕਦਾ। ਠੀਕ ਹੈ ਨਾ? ਤਾਂ ਉਹ ਦੈਟ ਇਜ਼ ਨਾਟ ਟੂ ਬੀ ਡਨ। ਇਹੀ ਸੀ ਆਪਾਂ ਅਗਨੀਵੀਰ ਦੇ ਕੇਸ ਵਿੱਚ ਕਹੀ ਸੀ, ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਇਹ ਰੋਲ ਮਾਡਲ ਨਹੀਂ ਨੇ। ਤੁਸੀਂ ਆਪਣੀ ਰਾਜਨੀਤੀ ਕਰਨ ਲਈ, ਸਰਕਾਰ ਦੇ ਉੱਤੇ ਨਿਸ਼ਾਨੇ ਲਾਉਣ ਲਈ ਤੁਸੀਂ ਇਹਨਾਂ ਲੋਕਾਂ ਨੂੰ ਅੱਗੇ ਬਣਾ ਕੇ ਇਹਨਾਂ ਦੀ ਲਾਸ਼ਾਂ ਦੇ ਉੱਤੇ ਰਾਜਨੀਤੀ ਕਰੋ, ਇਹਨਾਂ ਦੀ ਮੌਤ ਦੇ ਇਰਦ ਗਿਰਦ ਨੈਰੇਟਿਵਸ ਖੜੇ ਕਰੋ, ਦੈਟ ਇਜ਼ ਰੋਂਗ। ਤੁਸੀਂ ਹੋਰਾਂ ਨੂੰ ਉਕਸਾ ਰਹੇ ਹੋ। ਤੇ ਹੁਣ ਇਸ ਮਾਡਲ ਤੋਂ ਜੇ ਆਪਾਂ ਪ੍ਰੋਫੈਸਰ ਬਲਵਿੰਦਰ ਕੌਰ ਦੀ ਮੌਤ ਤੋਂ ਬਾਅਦ ਐਗਜ਼ਾਮਪਲ ਦੇ ਰਹੇ ਤਾਂ ਚਲੋ ਹਾਈ ਕੋਰਟ ਦੀ ਬੜੀ ਕੰਪਲੀਕੇਸ਼ਨ ਹੈ, ਕਿਹੜਾ ਪ੍ਰੋਸੈਸ ਐਡਾ ਸੌਖਾ ਹੈ, ਲੇਕਿਨ ਕੱਲ੍ਹ ਨੂੰ ਮੰਨ ਲਓ ਇਹਨਾਂ ਦੀ ਮੰਗਾਂ ਮੰਨ ਲਈਆਂ ਜਾਣ, ਕੀ ਮਾਡਲ ਸੈਟਅਪ ਹੁੰਦਾ? ਯਾਨੀ ਕਿ ਜੇ 1000 ਪ੍ਰਦਰਸ਼ਨਕਾਰੀ ਜਾਂ 100 ਪ੍ਰਦਰਸ਼ਨਕਾਰੀ 'ਚੋਂ ਇੱਕ ਖੁਦਕੁਸ਼ੀ ਕਰੇਗਾ ਤਾਂ ਸਾਡੀ ਮੰਗ ਮੰਨੀ ਜਾਏਗੀ? ਕੀ ਆਪਾਂ ਇਹ ਮੈਸੇਜ ਦਾਂਗੇ? ਇਹ ਤਾਂ ਵੈਸੇ ਹੀ ਗਲਤ ਹੈ। ਦਿਸ ਇਜ਼ ਰੋਂਗ। ਸੋ ਠੀਕ ਹੈ, ਉਹਨਾਂ ਦੇ ਆਪਣੇ ਰੀਜ਼ਨ ਸੀ। ਉਹਨਾਂ ਨੇ ਕਿਸੇ ਵਿਅਕਤੀ ਜਿਸ ਦੀ ਮੌਤ ਹੋ ਚੁੱਕੀ ਹੈ, ਜਿਸ ਨੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲਿਆ, ਉਹਦੀ ਮਾਨਸਿਕ ਸਥਿਤੀ ਕੀ ਸੀ, ਉਹਦੇ ਹਾਲਾਤ ਕੀ ਸੀ, ਉਹਦੇ ਮਨ ਦੇ ਵਿੱਚ ਕੀ ਸੀ, ਇਹਦੇ ਬਾਰੇ ਆਪਾਂ ਤੁਸੀਂ ਜੱਜ ਨਹੀਂ ਕਰ ਸਕਦੇ ਇੱਥੇ ਬਹਿ ਕੇ, ਐਂਡ ਵੀ ਸ਼ੁੱਡ ਨਾਟ ਈਵਨ ਅਟੈਂਪਟ ਦੈਟ। ਜੀ ਬਿਲਕੁਲ। ਬਟ ਐਟ ਦ ਐਂਡ ਜੋ ਲਾਰਜਰ ਮੈਸੇਜ ਕਮਿਊਨਿਟੀ ਜਾ ਰਿਹਾ, ਸੋਸਾਇਟੀ ਨੂੰ ਜਾ ਰਿਹਾ, ਉਹ ਗਲਤ ਜਾ ਰਿਹਾ। ਇਟ ਸ਼ੁੱਡ ਨਾਟ ਬੀ ਦੇਅਰ। ਐਂਡ ਸਰਕਾਰ ਦੀ ਜਿਹੜੀ ਮਿਸ ਹੈਂਡਲਿੰਗ ਹੈ,
ਉਹ ਤਾਂ ਇੱਕ ਅੱਵਲ ਦਰਜੇ ਦੀ ਹੈ। ਤੇ ਜਿਹੜਾ ਮੁੱਖ ਮੰਤਰੀ ਖੁਦ ਲਾਸ਼ਾਂ ਦੇ ਉੱਤੇ ਜਾ ਕੇ ਰਾਜਨੀਤੀ ਕਰਨ ਦੀ ਜਿਹੜੀ ਤੁਸੀਂ 2 ਹਫ਼ਤੇ ਪਹਿਲਾਂ ਕੋਸ਼ਿਸ਼ ਕਰ ਰਹੇ ਸੀ, ਕਰਦੇ ਹੋ ਤੁਸੀਂ ਵੀ, ਕਿਉਂਕਿ ਤੁਸੀਂ ਉੱਥੇ ਇੱਕ ਅਗਨੀਵੀਰ ਸਕੀਮ ਉੱਤੇ ਸੈਂਟਰ ਨੂੰ ਭੰਡਣਾ ਸੀ, ਤੁਸੀਂ ਤਾਂ ਕਰਕੇ ਉੱਥੇ ਪਹੁੰਚੇ, ਤੁਸੀਂ ਉਸ ਇਸ਼ੂ ਨੂੰ ਰੇਕ ਅਪ ਕੀਤਾ ਜਦੋਂ ਕਿ ਖੁਦਕੁਸ਼ੀ ਦਾ ਮਾਮਲਾ ਸੀ। ਉਹਦੀ ਵੀ ਇਨਵੈਸਟੀਗੇਸ਼ਨ ਦੀ ਡਿਮਾਂਡ ਕਰ ਸਕਦੇ ਸੀਗੇ ਵੀ ਕਿਵੇਂ ਹੋਈ। ਆਪਾਂ ਵੀ ਕਿਹਾ ਸੀ ਤੁਸੀਂ ਲਾਰਜਰ ਇਸ਼ੂ ਨੂੰ ਐਡਰੈਸ ਕਰੋ ਕਿ ਫੌਜ ਦੇ ਵਿੱਚ ਸੁਸਾਈਡਸ ਕਿਉਂ ਹੋ ਰਹੇ ਨੇ। ਦਿਸ ਇਜ਼ ਦਾ ਕੁਐਸਚਨ ਦੈਟ ਦ ਚੀਫ ਮਿਨਿਸਟਰ ਨੀਡ ਟੂ ਆਸਕ, ਨਾਟ ਕਿ ਜੀ ਅੰਮ੍ਰਿਤਪਾਲ ਨੂੰ ਸੈਂਟਰ ਨੇ ਗੱਡੀਆਂ ਨਹੀਂ ਭੇਜੀਆਂ, ਇਹਦਾ ਸੈਰੀਮੋਨੀਅਲ ਫਿਊਨਰਲ ਨਹੀਂ ਕੀਤਾ ਜੀ, ਇਹਨੂੰ ਸ਼ਹੀਦ ਨਹੀਂ ਐਲਾਨਿਆ, ਅਸੀਂ ਇਹਨੂੰ ਸ਼ਹੀਦ ਐਲਾਨ। ਖੁਦਕੁਸ਼ੀ ਕਰਨ ਵਾਲਾ ਕਿਹੜਾ शहीद ਹੁੰਦਾ, ਮੈਨੂੰ ਦੱਸੋ। बिल्कुल सही बात है आपकी। और इसमें जैसे अब अगर हम बलविंदर कौर के साथ और भी बहुत से लोग हैं जो उस धरने पे बैठे हुए हैं, सालों पढ़ाई की, उसके बाद नौकरी कर रहे हैं, कई केसेस में जो है सालों नौकरी कर रहे हैं, 10 12 15 साल लोग नौकरी कर रहे हैं, उसके बाद भी जो है परमानेंट नहीं हो रहे हैं, एडहॉक फैकल्टी। और ये पूरी इंडिया में ये सेम स्टोरी है, आप किसी भी स्टेट में चले जाएं। तो इनके जो कंसर्न्स हैं, क्यों नहीं रेगुलराइजेशन हो रहे हैं, क्या इस पे गवर्नमेंट ने कोई भी स्टेटमेंट दिया है? इस गवर्नमेंट ने, चलिए कोर्ट ने उस पर जो है स्टे ऑर्डर दे दिया, मतलब रिजेक्ट कर दिया, दोबारा से ये करने की बात कर रहे हैं। एजुकेशन मिनिस्टर की तरफ से या चीफ मिनिस्टर की तरफ से, गवर्नमेंट से कोई भी ऐसा एक स्टेटमेंट आपने देखा है जिसमें इस चीज़ को एड्रेस करने की कोशिश की हो कि भाई देखिए थोड़ा टाइम लगेगा, लेकिन जो है इस चीज़ को जो है स्ट्रीमलाइन करने की ज़रूरत है, आपके कंसर्न्स वैलिड हैं, हम कोशिश कर रहे हैं कि नियुक्तियाँ हो जाए। क्या कोई ऐसी पहल या कोई पेशकश गवर्नमेंट की तरफ से? ਤੁਸੀਂ ਗਵਰਨਮੈਂਟ ਦਾ ਹਾਲ ਦੇਖੋ, ਮਤਲਬ ਮੈਂ ਕਹਾਂਗਾ ਕਿ ਇਹ ਫੂਹੜ ਵੇ ਆਫ ਹੈਂਡਲਿੰਗ ਦ ਅਫੇਅਰਸ ਆ। ਫੂਹੜ ਵਰਡ ਇਜ਼, ਮਤਲਬ ਇਹਨਾਂ ਨੂੰ ਅਕਲ ਹੀ ਨਹੀਂ ਹੈ। ਸੌਰੀ ਟੂ ਯੂਜ਼, ਐਜ਼ ਜਰਨਲਿਸਟ ਵੀ ਸ਼ੁੱਡ ਨਾਟ ਬੀ ਯੂਜ਼ਿੰਗ ਦਿਸ ਲੈਂਗੁਏਜ, ਆਪਾਂ ਕਈ ਵਾਰ ਕਹਿ ਦਿੰਦੇ, ਲੇਕਿਨ ਅਕਲ ਦੀ ਘਾਟ ਹੈ। ਜਦੋਂ ਇਸ ਮਹਿਲਾ ਨੇ ਸੁਸਾਈਡ ਕੀਤਾ, ਉਹ ਸੁਸਾਈਡ ਨੋਟ ਦਾ ਜ਼ਿਕਰ ਹੋਇਆ, ਵੌਇਸ ਨੋਟ ਆਇਆ, ਚਰਚਾ ਹੋਈ, ਇਹਨਾਂ ਦਾ ਇੱਕ ਆਮ ਆਦਮੀ ਪਾਰਟੀ ਦਾ ਬੁਲਾਰਾ ਆਂਦਾ ਹੈ, ਪਾਰਟੀ ਦਾ ਬੁਲਾਰਾ, ਮਾਈਂਡ ਯੂ, ਨਾਟ ਦ ਗਵਰਨਮੈਂਟ। ਜਦਕਿ ਬਣਦਾ ਸੀ ਵੀ ਸਿੱਖਿਆ ਮੰਤਰੀ ਖੁਦ ਆ ਕੇ ਇਸ ਇਸ਼ੂ ਨੂੰ ਐਡਰੈਸ ਕਰਤਾ, ਸ਼ੁੱਡ ਹੈਵ ਟੇਕਨ ਦ ਸਿਚੁਏਸ਼ਨ ਹੈਡ ਔਨ ਤੇ ਕਲੀਅਰ ਕਰਤਾ। ਇਹਨਾਂ ਦਾ ਇੱਕ ਬੁਲਾਰਾ ਆ ਕੇ ਪਹਿਲੀ ਸਟੇਟਮੈਂਟ ਦੇ ਦਿੰਦਾ ਕਿ ਉਹਦੇ ਤਾਂ ਆਪਣੀ ਜੀ, ਤੁਸੀਂ ਦੇਖੋ ਨਾ, ਬੁਲਾਰਾ, ਪਾਰਟੀ ਦਾ ਬੁਲਾਰਾ, ਪਾਰਟੀਸਨ ਪੋਲੀਟੀਕਲ ਬੁਲਾਰਾ ਕੇ ਕਹਿੰਦਾ ਕਿ ਉਹਦੇ ਤਾਂ ਜੀ ਡੋਮੈਸਟਿਕ ਇਸ਼ੂ ਸੀ, ਤਾਂ ਕਰਕੇ ਉਹਨੇ ਖੁਦਕੁਸ਼ੀ ਕੀਤੀ। ਉਸ ਤੋਂ ਬਾਅਦ ਉਹ ਭੱਜ ਗਿਆ, ਉਹਨੇ ਡਿਲੀਟ, ਮਲਵਿੰਦਰ ਕੰਗ ਡਿਲੀਟ ਕਹਿੰਦੇ ਉਹਨੇ ਆਪਣੇ ਉਡਾਤੇ, ਸਾਰਾ ਡਰਾਮਾ ਹੋਇਆ। ਉਸ ਤੋਂ ਬਾਅਦ ਉਸੀ ਲਾਈਨ ਦੇ ਉੱਤੇ, ਜਿਵੇਂ ਪਾਰਟੀ ਨੇ ਕਿਹਾ ਉਸੀ ਲਾਈਨ ਦੇ ਉੱਤੇ ਪੁਲਿਸ ਨੇ ਐਕਸ਼ਨ ਕਰ ਲਿਆ। ਹੁਣ ਇਸ ਨੂੰ ਤੁਸੀਂ ਕੀ ਕਹੋਗੇ? ਤੁਸੀਂ ਕਹਿ ਰਹੇ ਹੋ ਵੀ ਸਰਕਾਰ, ਮੈਂ ਕਹਿ ਰਿਹਾ ਵੀ ਸਰਕਾਰ ਇੱਥੇ ਸਹੀ ਫੁੱਟਿੰਗ ਤੇ ਵੀ ਜੇ ਹੈਗੀ, ਨੀਤੀਗਤ ਲੈਵਲ ਦੇ ਉੱਤੇ, ਲੀਗਲ ਲੈਵਲ ਦੇ ਉੱਤੇ, ਕਾਨੂੰਨ ਜਾਂ ਅਦਾਲਤਾਂ ਦੇ ਫੈਸਲੇ ਦੇ ਵਿਰੁੱਧ ਨਹੀਂ ਜਾ ਸਕਦੀ ਸਰਕਾਰ, ਲੇਕਿਨ ਇੰਨੀ ਅਕਲ ਹੋਵੇ ਤਾਂ ਨਾ ਵੀ ਤੁਸੀਂ ਗੱਲ ਨੂੰ ਐਡਰੈਸ ਕਿਵੇਂ ਕਰਨਾ ਹੈ। ਤੁਸੀਂ ਕਿਹਾ ਵੀ ਕੋਈ ਬਿਆਨ ਸੁਣਿਆ, ਮੈਂ ਕਿੱਥੇ ਸੁਣਾ? ਦੇਖੋ, ਕੰਟਰੈਕਚੁਅਲ ਟੀਚਰਾਂ ਨੂੰ ਰੈਗੂਲਰ ਕਰਨ ਦੇ ਵੀ ਕੁਝ ਡਿਸੀਜਨਸ ਹੋਏ ਨੇ ਪਿੱਛੇ, ਐਸਾ ਨਹੀਂ ਹੈ। ਐਸੇ ਇਹਨਾਂ ਨੇ ਨਿਯੁਕਤੀ ਪੱਤਰ ਵੰਡੇ ਨੇ ਭਗਵੰਤ ਮਾਨ ਚੀਫ ਮਿਨਿਸਟਰ ਨੇ, ਤਾਂ ਐਸਾ ਨਹੀਂ ਕਿ ਰੈਗੂਲਰਾਈਜੇਸ਼ਨ ਨਹੀਂ ਹੋ ਰਹੀ। ਜਿਹੜੇ ਵਾਅਦੇ ਕੀਤੇ ਸੀ, ਕਈ ਉਹਨਾਂ 'ਚੋਂ ਕਮਿਟਮੈਂਟ ਪੂਰੀਆਂ ਹੋ ਰਹੀਆਂ ਨੇ, ਉਹ ਸਾਰਾ ਪ੍ਰੋਸੈਸ ਇਜ਼ ਔਨ। ਲੇਕਿਨ ਪੁਆਇੰਟ ਹੈ ਕਿ ਕ੍ਰਾਈਸਿਸ ਮੈਨੇਜਮੈਂਟ ਦੀ ਸਿਚੁਏਸ਼ਨ, ਇਹ ਘਟਨਾ ਹੋ ਗਈ ਜੋ ਕਿ ਸੈਂਸਿਟਿਵ ਹੈ, ਲੋਕਾਂ ਦੀਆਂ ਭਾਵਨਾਵਾਂ ਜੁੜਦੀਆਂ ਨੇ, ਲੋਕ ਉਸ ਮਹਿਲਾ ਦੇ ਨਾਲ ਰਿਲੇਟ ਕਰਦੇ ਨੇ। ਤੁਸੀਂ ਐਡਾ ਇਨਸੈਂਸਿਟਿਵ ਬਿਆਨ, ਤੁਹਾਡੇ ਆ ਕੇ ਲੀਡਰ ਉੱਥੇ ਬਿਆਨ ਦੇ ਰਹੇ ਨੇ ਕਿ ਇਹਦੇ ਤਾਂ ਆਪਣਾ ਘਰ ਦਾ ਰੌਲਾ ਸੀ, ਕਲੇਸ਼ ਸੀ, ਜਦਕਿ ਸੁਸਾਈਡ ਨੋਟ ਤੁਹਾਡੇ ਖਿਲਾਫ ਲਿਖਿਆ ਹੋਇਆ, ਉਸੀ ਲਾਈਨ ਦੇ ਉੱਤੇ ਪੁਲਿਸ ਕੰਮ ਕਰ। ਸੋ ਲੈ ਦੇ ਕੇ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਜਿਹੜੀ, ਅੱਛਾ ਹੁੰਦਾ ਹੈ ਕਿ ਜਦੋਂ ਵੀ ਕੋਈ ਸਰਕਾਰ ਦੇ ਉੱਤੇ ਇਲਜ਼ਾਮ ਲੱਗਦਾ, ਇਹਨਾਂ ਦੀ ਪਾਰਟੀ ਦੇ ਬੁਲਾਰੇ ਆ ਕੇ ਉਹਦਾ ਸਪਸ਼ਟੀਕਰਨ ਦਿੰਦੇ ਨੇ, ਵਿਚ ਇਜ਼ ਮੋਸਟ ਕभी-कभी ਦਿੱਲੀ ਸੇ ਆਤਾ ਹੈ ਕਲੈਰੀਫਿਕੇਸ਼ਨ। ਮੈਂ ਕਹਿ ਰਿਹਾ ਹਾਂ, ਕਈ ਵਾਰ ਮਤਲਬ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਗਵਰਨਮੈਂਟ ਔਰ ਸਰਕਾਰ ਦਾ, ਤਾਂ ਸਰਕਾਰ ਦੇ ਸਪੋਕਸਮੈਨ ਹੋਣਾ ਚਾਹੀਦਾ। ਕੋਈ ਕੰਸਰਨਡ ਮਿਨਿਸਟਰ ਨੂੰ ਤੁਸੀਂ ਜ਼ਿੰਮੇਵਾਰ ਬਣਾ ਦਿਓ, ਕੋਈ ਬੁਲਾਰਾ ਦਾ ਕਰ ਦਿਓ, ਤੁਹਾਡਾ ਕੋਈ ਮੀਡੀਆ ਐਡਵਾਈਜ਼ਰ, ਇੰਨੇ ਫਾਲਤੂ ਦੇ ਤੁਸੀਂ ਸਟਾਫ ਭਰਿਆ ਹੋਇਆ ਹੈ। ਇਸ ਤਰੀਕੇ ਦੇ ਮਾਮਲਿਆਂ ਦੇ ਇੱਕ ਅੱਧਾ ਬੰਦਾ ਖੜਾ ਹੋ ਕੇ ਕੋਈ ਬਿਆਨ ਦੇਵੇ, ਜ਼ਿੰਮੇਵਾਰੀ ਦੇ ਨਾਲ ਦੇਵੇ, ਸਰਕਾਰ ਦਾ ਬਿਆਨ ਹੋਵੇ, ਆਪ ਪਾਰਟੀ ਦਾ ਬਿਆਨ ਨਾ ਹੋਵੇ। ਹੁਣ ਪਾਰਟੀ ਦਾ ਬਿਆਨ ਹੁੰਦਾ, ਰੋਪੜ ਪੁਲਿਸ ਪਰਚੇ ਦਰਜ ਕਰਦੀ ਪਈ ਹੈ, ਇਹਦਾ ਮਤਲਬ ਕੀ ਲਗਾਇਆ? ਤਾਂ ਤੁਸੀਂ ਲੋਕਾਂ ਨੂੰ ਖੁਦ, ਆਪੋਜੀਸ਼ਨ ਨੂੰ ਤਾਂ ਐਮੂਨੀਸ਼ਨ ਤੁਸੀਂ ਖੁਦ ਦੇ ਰਹੇ ਹੋ ਨਾ, ਵੀ ਇਹ ਫੜੋ ਸੋਟੀ ਤੇ ਸਾਨੂੰ ਮਾਰੋ ਤੁਸੀਂ। ਸੋ ਇਹਦੇ 'ਚ ਆਪੋਜੀਸ਼ਨ ਨੇ ਤਾਂ ਚਲੋ ਜੋ ਰਾਜਨੀਤੀ ਕਰ ਰਹੇ ਨੇ, ਮੈਂ ਤਾਂ ਦੇਖੋ, ਆਪਾਂ ਆਪੋਜੀਸ਼ਨ ਦੀ ਨਾ ਗੱਲ ਕਰੀ ਨਾ ਇਹਨਾਂ ਦੀ, ਸਾਨੂੰ ਤਾਂ ਉਹ ਵੀ ਮਾੜੀ ਲੱਗਦੀ ਰਾਜਨੀਤੀ, ਕਿਉਂਕਿ ਤੁਸੀਂ ਖੁਦ ਆਪਣੇ ਸਮੇਂ 'ਤੇ ਕੁਝ ਨਹੀਂ ਕੀਤਾ। ਇਸ ਵਾਸਤੇ ਅਸੀਂ ਉਹਨਾਂ ਨੂੰ ਕੁਐਸਚਨ ਕਰਦੇ ਹਾਂ। ਲੇਕਿਨ ਇਹ ਸਰਕਾਰ ਦਾ ਆਪਣਾ ਵਤੀਰਾ, ਐਂਡ ਅਗੇਨ ਸਾਡੇ ਐਜੂਕੇਸ਼ਨ ਮੰਤਰੀ ਮੋਸਟ, ਮੈਂ ਤਾਂ ਕਹਾਂਗਾ ਕਿ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ the immature way of handling is very unfortunate। ਪੰਜਾਬ ਦੇ ਅਦਾਰੇ, ਪੰਜਾਬ ਸਰਕਾਰ ਤੋਂ ਐਡੀ ਲੈਕ ਆਫ ਐਕਸਪੀਰੀਅੰਸ ਐਕਸਪੈਕਟ ਨਹੀਂ ਕੀਤਾ ਜਾਂਦਾ। ਇਹ ਮੰਤਰੀ ਕਿਵੇਂ ਬਣ ਗਏ ਨੇ ਲੋਕਾਂ ਨੇ? ਦੇਖੋ, ਜਮਹੂਰੀਅਤ ਦੇ ਵਿੱਚ ਹੀ ਹੈ ਵੀ ਹਰ ਬੰਦਾ ਹੀ ਉਸ ਅਹੁਦੇ ਤੱਕ ਪਹੁੰਚ ਜਾਂਦਾ ਹੈ। ਚਲੋ ਪਹੁੰਚ ਗਏ, ਰੱਬ ਨੇ ਤੁਹਾਨੂੰ ਬਖਸ਼ਿਆ ਹੈ, ਸਨਮਾਨ ਦਿੱਤਾ ਹੈ, ਤੁਸੀਂ ਉੱਥੇ ਪਹੁੰਚ ਗਏ। ਐਟਲੀਸਟ ਯੂ ਨੋ ਬੀ ਸੈਂਸਿਟਿਵ, ਬੀ ਸੈਂਸੀਬਲ। ਨਾ ਤਾਂ ਸੈਂਸਿਟਿਵਿਟੀ ਹੈ, ਨਾ ਸੈਂਸੀਬਿਲਿਟੀ ਹੈ, ਤੇ ਬਸ ਮੂੰਹ ਚਲਾਉਣਾ ਆਉਂਦਾ ਹੈ,
ਜਦੋਂ ਪੁਆਇੰਟ ਮਿਲ ਜਾਂਦਾ ਤਾਂ ਆਪਣਾ ਸਾਰੇ ਇਹਦੀ ਕਰਦੇ ਨੇ, ਠੀਕ ਹੈ ਨਾ। ਸੋ ਇਹ ਰਾਜਨੀਤਿਕ ਲੋਕ ਹੈਗੇ ਨੇ ਜੀ, ਤੇ ਇਹ ਲੋਕਾਂ ਦੇਖੋ ਸਭ ਤੋਂ ਜ਼ਿਆਦਾ ਮੈਨੂੰ ਤਰਸ ਨਹੀਂ ਆਵਾਂਗਾ, ਤਰਸ ਇਜ਼ ਅ ਰੋਂਗ ਵਰਡ, ਗੁੱਸਾ ਆਉਂਦਾ ਹੈ। ਗੁੱਸਾ ਇਸ ਚੀਜ਼ ਤੇ ਆਉਂਦਾ ਕਿ ਇਹ ਜਿਹੜੇ ਸਾਡੇ ਨੌਜਵਾਨ ਨੇ ਇਹ ਦਿਸ਼ਾਹੀਨ ਨੇ, ਦੇ ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰ ਰਹੇ ਹਾਂ, ਤਾਂ ਦੂਜਿਆਂ ਦੀ ਤਾਂ ਗੱਲ ਹੀ ਛੱਡ ਦਿਓ ਨਾ, ਜਿਹੜੇ ਨਸ਼ਿਆਂ 'ਚ ਪਏ ਹੋਏ ਨੇ ਜਾਂ ਜਿਹੜੇ ਨਹੀਂ ਪੜ੍ਹ ਸਕੇ, ਜਿਹੜੇ ਡਰੋਪ ਆਊਟ ਕਰ ਗਏ, ਉਹਨਾਂ ਨੇ ਤਾਂ ਫਿਰ ਹੁਣ ਗੋਲੀਆਂ ਆਏ ਦਿਨ ਚੱਲ ਰਹੀਆਂ ਨੇ, ਠੀਕ ਹੈ ਨਾ। 10,000 ਰੁਪਏ ਦੇ ਕੇ ਉੱਥੇ ਬੰਦਾ ਮਾਰ ਦਿੰਦੇ ਨੇ, ਗੋਲੀਆਂ ਚਲਾ ਦਿਓ, ਕਿਤੇ ਮਾਰ ਦਿਓ। ਪੰਜਾਬ ਦੇ ਵਿੱਚ ਬੰਦਾ ਕੀ ਔਖਾ ਹੈ, ਉਹ ਬਾਹਰ ਬੈਠੇ ਨੇ, ਗੋਲਡੀ ਬਰਾੜ ਵਰਗੇ ਆ ਜਿਹੜੇ ਹੋਰ ਅਰਸ਼ਡਾਲੇ ਵਰਗੇ ਗੈਂਗਸਟਰ, ਉਹ 20-20, 30-30, 40-40 ਹਜ਼ਾਰ ਰੁਪਏ ਦਿੰਦੇ ਨੇ, ਬੰਦਾ ਗੋਲੀਆਂ ਚਲਾ ਕੇ ਤੁਹਾਡੇ ਬੂਹੇ ਤੇ ਆ ਕੇ ਮਾਰ ਦਿੰਦਾ। ਉਹਨਾਂ ਦੀ ਤਾਂ ਗੱਲ ਛੱਡ ਦਿਓ, ਲੇਕਿਨ ਜਿਹੜੇ ਪੜ੍ਹੇ ਲਿਖੇ ਲੋਕ ਨੇ, ਪੜ੍ਹੇ ਲੋਕ ਜਿਹੜੇ ਪੰਜਾਬ 'ਚ ਰਹਿਣਾ ਚਾਹੁੰਦੇ ਨੇ, ਪੰਜਾਬ 'ਚ ਕੰਟਰੀਬਿਊਟ ਕਰਨਾ ਚਾਹੁੰਦੇ ਨੇ, ਤੁਹਾਡਾ ਨੀਤੀ ਨਿਰਧਾਰਨ ਕੀ ਹੈ? ਆਲ ਥੀਸ ਪੋਲੀਟੀਕਲ ਪਾਰਟੀਜ਼ ਹੈਵ ਫੇਲਡ ਐਜ਼ ਅ ਕਲੈਕਟਿਵ ਪੋਲੀਟੀਕਲ ਐਂਟੀਟੀ। ਇਹ ਸਾਰੇ ਫੇਲ ਹੋਏ ਨੇ। ਅਕਾਲੀ ਦਲ ਫੇਲ ਹੋਇਆ ਆਪਣੇ ਟਾਈਮ, ਜਦੋਂ ਇਹਨਾਂ ਨੂੰ ਰੇਤੇ ਦੀ ਮਾਈਨਿੰਗ ਕਰਨ ਤੋਂ ਇਲਾਵਾ, ਨਸ਼ੇ ਦੀ ਤਸਕਰੀ ਕਰਵਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਿਸੇ ਪਾਰਟੀ ਨੇ ਕੀਤਾ। ਇਹੀ ਅਕਾਲੀਆਂ ਦੇ ਟਾਈਮ ਹੋਇਆ 10 ਸਾਲ, ਕਾਂਗਰਸ ਦੇ ਟਾਈਮ 5 ਸਾਲ ਹੋਇਆ, ਅੱਜ ਵੀ ਹੋ ਰਿਹਾ, ਸੇਮ ਉਹੀ ਹਾਲਾਤ ਨੇ। ਉਦੋਂ ਤੋਂ ਆ ਰਿਹਾ ਨਾ, ਉਧਰ ਨਸ਼ੇ ਦੀ ਤਸਕਰੀ ਕਰਦੇ ਹੋਏ ਇੱਕ ਐਸਐਸਪੀ ਬਦਲਤਾ, ਉਹ ਸੈਂਡ ਦੀ ਮਾਈਨਿੰਗ 'ਚ ਜੀਜਾ ਫੜ ਲਿਆ ਉਹਦਾ ਐਮਐਲਏ ਦਾ, ਉੱਥੇ ਐਸਐਸਪੀ ਬਦਲਤਾ, ਤੇ ਹੋ ਹੀ ਰਿਹਾ ਨਾ। ਐਵੇਂ ਤਾਂ ਨਹੀਂ ਘਟਨਾਵਾਂ ਹੋ ਰਹੀਆਂ। ਐਸਐਸਪੀ ਤੁਸੀਂ ਜ਼ਿਲ੍ਹਿਆਂ ਦੇ ਤਬਾਦਲੇ ਕਰ ਰਹੇ ਹੋ, ਤਾਂ ਥੱਲੇ ਕੁਝ ਹੋ ਰਿਹਾ, ਤਾਂ ਹੀ ਉੱਤੇ ਭਾਂਬੜ ਮੱਚਦਾ ਪਿਆ। ਸੋ ਸਾਰਾ ਕਲੈਕਟਿਵ ਗਵਰਨੈਂਸ ਦਾ ਫੇਲੀਅਰ ਹੈ। ਤੇ ਇਹ ਜਿਹੜੀਆਂ ਸਥਿਤੀਆਂ ਉੱਭਰੀਆਂ ਨੇ, ਚਾਹੇ ਪ੍ਰੋਫੈਸਰਾਂ ਦੀ ਨਿਯੁਕਤੀ ਪ੍ਰਕਿਰਿਆਵਾਂ, ਇਹ ਲੋਕਾਂ ਦੇ ਇਹਨਾਂ ਪੱਲੇ ਕੁਝ ਨਹੀਂ ਹੈ। ਇਹ ਸਿਰਫ ਰਾਜਨੀਤੀ ਕਰਨ ਲਈ, ਵੋਟਾਂ ਲੈਣ ਲਈ ਸਰਕਾਰਾਂ ਬਣਾਉਂਦੇ ਨੇ, ਉਸ ਤੋਂ ਬਾਅਦ ਇਹ ਭੁੱਲ ਜਾਂਦੇ ਨੇ। ਐਂਡ ਆਲ ਦੇ ਵਾਂਟ ਇਜ਼ ਕਿ ਮੈਨੇਜ ਕਰ ਲਈਏ। ਦੇ ਵਾਂਟ टू मैनेज द नैरेटिव्स थ्रू द मीडिया हेडलाइंस। एग्जैक्टली, खेड वही है। बिल्कुल बिल्कुल। अब इसी बात पे मैं आपसे ये सवाल पूछना चाह रहा था कि ये जो जिस तरह से इस बार मीडिया नैरेटिव को मैनेज करने की कोशिश हुई है, पुलिस भी जो है इसमें कूद गई है, मतलब बोल दिया गया कि चलिए, जो पार्टी स्पोक्स पर्सन ने आके जो बोला, आपने जैसे बताया, और फिर उसके बाद वही मैसेज पुलिस तक पहुंच गया। क्या इससे पहले पंजाब में इस तरह से एक नैरेटिव या हेडलाइन मैनेज करने की कोशिश हो रही थी गवर्नमेंट की तरफ से, या आपको लग रहा है कि धीरे धीरे एक जो है हम टेंडेंसी देख रहे हैं इंडियन पॉलिटिक्स में कि सोशल मीडिया को पहले टारगेट करके जो है प्लान बनाया जाता है, जो अर्जेंसी एट हैंड है सिचुएशन का, उसके बारे में बाद में सोचा जाता है कि पहले किस तरह से इस चीज़ को रोका जाए, ये पहले सोचा जाता है। और ये एक सोशल मीडियाजाइजेशन ऑफ इंडियन पॉलिटिक्स जो मुझे दिखता हुआ है ना, हो रहा है। एब्सोल्युटली राइट। हाँ, तो यहाँ पे भी ये सेम है या पहले, क्योंकि आपने काफी टाइम गुजारा है पंजाब में? बिल्कुल सेम है। पहला भी देखो, मेन स्ट्रीम मीडिया ਨੂੰ ਤਾਂ ਇੱਕ ਕੰਟਰੋਲ ਕਰਕੇ ਬੈਠੇ ਨੇ। ਮੇਨ ਸਟ੍ਰੀਮ ਮੀਡੀਆ ਨੂੰ ਸਾਰੀਆਂ ਸਰਕਾਰਾਂ ਨੇ ਕੰਟਰੋਲ ਕੀਤਾ। ਅਕਾਲੀ ਦਲ ਦੇ ਟਾਈਮ ਮੈਨੇਜ ਹੋਏ, ਕਾਂਗਰਸ ਦੇ ਟਾਈਮ ਇੰਨਾ ਨਹੀਂ ਸੀ। I would still give little bit of credit to Congress government ਕਿ ਉਹਨਾਂ ਨੇ ਘੱਟੋ ਘੱਟ ਮੀਡੀਆ ਦੇ ਉੱਤੇ ਐਡਾ ਦਿਮਾਗ ਨਹੀਂ ਖਪਾਇਆ। ਅਕਾਲੀ ਦਲ ਨੇ ਆਪਣਾ ਮੀਡੀਆ ਤੇ ਦਿਮਾਗ ਖਪਾਇਆ। ਦੇ ਵਾਂਟਡ ਟੂ ਕੰਟਰੋਲ ਦ ਮੇਨ, ਜਿਹਨੂੰ ਕਹਿੰਦੇ ਨੇ ਵੀ ਡਿਸਟ੍ਰੀਬਿਊਸ਼ਨ, ਚੈਨਲਾਂ ਦੇ ਉੱਤੇ ਦਬਾਅ ਪਾ ਦਿਓ, ਚੈਨਲ ਚੱਲਣ ਨਾ ਦਿਓ, ਚੈਨਲਾਂ ਨੂੰ ਰੋਕ ਦਿਓ। ਇਹ ਅਕਾਲੀ ਦਲ ਕਰਦਾ ਰਿਹਾ। ਪ੍ਰੈਜ਼ੈਂਟ ਜਿਹੜੀ ਗਵਰਨਮੈਂਟ ਹੈ, ਉਹ ਤਾਂ ਹੁਣ ਪੂਰਾ ਹੀ ਮਾਈਕਰੋ ਲੈਵਲ ਦੇ ਉੱਤੇ ਨਿਊਜ਼ ਰੂਮ ਮੈਨੇਜਮੈਂਟ ਤੱਕ ਆ ਚੁੱਕੀ ਹੈ। ਤੇ ਹੁਣ ਤੁਹਾਨੂੰ ਪਤਾ ਹੈ, ਚਲੋ ਉਹ ਆਪਾਂ ਵੱਖਰੀ ਚਰਚਾ ਕਰਾਂਗੇ। ਹੁਣ ਸੋਸ਼ਲ ਇਨਫਲੂਐਂਸਰਸ ਲਈ ਇੱਕ ਪਾਲਿਸੀ ਆ ਰਹੀ ਹੈ। ਅੱਛਾ, ਸਰਕਾਰ ਦੀ ਕੈਂਪੇਨ ਚਲਾਉਣ ਲਈ ਤੁਹਾਨੂੰ 3 ਲੱਖ ਤੋਂ ਲੈ ਕੇ 8 ਲੱਖ ਪਰ ਕੈਂਪੇਨ ਮਿਲੇਗਾ। ਸੋਸ਼ਲ ਇਨਫਲੂਐਂਸ, ਹਾਂ ਬਿਲਕੁਲ। ਉਹ ਫਿਰ ਕਦੇ ਚਰਚਾ ਕਰਾਂਗੇ। ਠੀਕ, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਨਾ, ਗੱਲ ਤਾਂ ਹੈਗੀ ਕਿ ਤੁਸੀਂ ਨੈਰੇਟਿਵ ਨੂੰ ਕੰਟਰੋਲ ਕਰਨਾ ਹੈ। ਇਹ ਚੀਜ਼ ਦੇਸ਼ ਦੇ ਵਿੱਚ ਸ਼ੁਰੂ ਹੋਈ ਸੀ। ਆਪਾਂ ਨੂੰ ਪਤਾ ਹੀ ਵੀ ਬੀਜੇਪੀ ਗਵਰਨਮੈਂਟ, ਮੋਦੀ ਸਰਕਾਰ, ਉਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਮੈਨੇਜ ਕੀਤਾ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜਾ ਮਾਡਲ ਖੜਾ ਕੀਤਾ ਹੈ, ਉਹ ਉਸ ਤੋਂ ਇੱਕ ਸਟੈਪ ਅੱਗੇ ਹੈ, ਪਿੱਛੇ ਨਹੀਂ ਹੈ। ਐਂਡ ਦਿਸ ਇਜ਼ ਅ ਮਾਈਕਰੋ ਮੈਨੇਜਮੈਂਟ। ਤੁਸੀਂ ਜਦੋਂ ਮੇਨ ਸਟ੍ਰੀਮ ਮੀਡੀਆ ਕਾਬੂ 'ਚ ਹੈ, ਹੁਣ ਇਨਫਲੂਐਂਸਰਸ ਰਹਿ ਗਏ ਨੇ, ਸਾਡੇ ਤੁਹਾਡੇ ਵਰਗੇ ਥੋੜੇ ਬਹੁਤ ਹੋਣਗੇ। ਅੱਜ ਤੱਕ ਖੈਰ ਉਸ ਪੈਮਾਨੇ 'ਚ ਨਹੀਂ ਆਉਂਦੇ, ਹਲੇ 3 ਲੱਖ 5 ਲੱਖ ਵਾਲੇ 'ਚ। ਲੇਕਿਨ ਜਿਹੜੇ ਵੀ ਇਨਫਲੂਐਂਸਰ ਨੇ, ਹੁਣ ਉਹਨਾਂ ਨੂੰ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਤੁਸੀਂ ਆਪਣੀ ਪਾਲਿਸੀ ਵਿੱਚ ਲਓ। ਕੱਲ੍ਹ ਨੂੰ ਚਲੋ ਤੁਸੀਂ ਉਹਨਾਂ ਨੂੰ ਇਮਦਾਦ ਦੇਣੀ ਸ਼ੁਰੂ ਕਰੋਗੇ, ਸੋ ਦੇ ਵਿਲ ਆਲਸੋ ਫੀਲ ਇਨਕਲਾਈਨਡ। ਅਤੇ ਫਿਰ ਤੁਸੀਂ, ਕਿਉਂਕਿ ਇੱਕ ਵਾਰ ਤੁਹਾਡੇ ਕਹਿੰਦੇ ਨੇ ਮੂੰਹ ਨੂੰ ਖੂਨ ਲੱਗ ਗਿਆ, ਤੁਹਾਨੂੰ ਰੈਵਨਿਊ ਆਉਣਾ ਸ਼ੁਰੂ ਹੋ ਗਿਆ, ਫਿਰ ਉਸ ਤੋਂ ਬਾਅਦ ਤੁਹਾਡੀਆਂ ਲੋੜਾਂ ਵੱਧ ਜਾਂਦੀਆਂ ਨੇ, ਤੁਸੀਂ ਆਪਣੇ ਆਪਰੇਸ਼ਨ ਐਕਸਪੈਂਡ ਕਰ ਲੈਂਦੇ ਹੋ। ਫਿਰ ਸਰਕਾਰਾਂ ਤੁਹਾਨੂੰ ਕਹਿੰਦੀਆਂ ਨੇ ਕਿ ਤੁਸੀਂ ਉਹ ਤਾਂ ਦਿਖਾਣਾ ਹੀ ਹੈ ਜੋ ਅਸੀਂ ਚਾਹੁੰਦੇ ਹਾਂ, ਲੇਕਿਨ ਤੁਸੀਂ ਉਹ ਵੀ ਨਹੀਂ ਦਿਖਾਣਾ ਜੋ ਅਸੀਂ ਨਹੀਂ ਚਾਹੁੰਦੇ। ਦੈਟ ਇਜ਼ ਦ ਪ੍ਰੋਬਲਮ। ਇਸ ਵਕਤ ਮੁੱਦਾ ਇਹ ਨਹੀਂ ਹੈ ਕਿ ਤੁਸੀਂ ਆਪਣੀ ਮਰਜ਼ੀ ਦਾ ਨੈਰੇਟਿਵ ਮੀਡੀਆ ਦੇ ਵਿੱਚ ਦਿਓ, ਉਹਦੇ ਲਈ ਪੈਸਾ ਬਹਾਓ, ਸਭ ਕੁਝ ਕਰੋ, ਹਾਲਾਂਕਿ ਉਹਦੇ ਤੇ ਕੁਐਸਚਨ ਮਾਰਕ ਨੇ। ਲੇਕਿਨ ਪੁਆਇੰਟ ਹੈ ਕਿ ਤੁਸੀਂ ਇਹ ਚਾਹੋ ਵੀ ਸਾਡੀ ਕ੍ਰਿਟੀਕਲ ਰਿਪੋਰਟਿੰਗ ਨਾ ਹੋਵੇ, ਇਸ ਲਈ ਵੀ ਤੁਹਾਨੂੰ ਇਨਫਲੂਐਂਸ ਕੀਤਾ ਜਾਵੇ। ਸੋ ਇਹ ਸਾਰੀ ਖੇਡਾਂ ਹੀ ਹੋ ਰਹੀਆਂ ਨੇ। ਸੋ ਇਟ ਇਜ਼ ਆਲ ਅਬਾਊਟ ਨੈਰੇਟਿਵ ਬਿਲਡਿੰਗ। ਤੁਸੀਂ ਜ਼ਮੀਨੀ ਸਤਹੀ ਲੈਵਲ ਦੇ ਉੱਤੇ ਲੋਕਾਂ ਦੀ ਜਿਹੜੀਆਂ ਟ੍ਰੈਜਡੀਜ਼ ਨੇ, ਤੁਸੀਂ ਉਹਨਾਂ ਨੂੰ ਜੇ ਐਡਰੈਸ ਕਰੋਗੇ ਤਾਂ ਆਪਣੇ ਆਪ ਚੀਜ਼ਾਂ ਹੁੰਦੀਆਂ ਨੇ। ਅੱਛੇ ਜੇ ਤੁਸੀਂ ਦੇਖੋ, ਆਈ ਐਮ ਸ਼ੋਰ ਭਗਵੰਤ ਮਾਨ ਜੇ ਅੱਛੇ ਕੰਮ ਕਰਦੇ ਨੇ, ਕਈ ਚੀਜ਼ਾਂ ਹੁੰਦੀਆਂ ਨੇ, ਅੱਛੇ ਡਿਸੀਜਨਸ ਹੁੰਦੇ ਨੇ,
ਉਹਨਾਂ ਨੂੰ ਵੀ ਪਬਲਿਸਿਟੀ ਮਿਲਦੀ ਹੈ ਤੇ ਅੱਜ ਤਾਂ ਮੀਡੀਆ ਤੁਹਾਡੀ ਜੇਬ ਦੇ ਵਿੱਚ ਹੈ ਹੂੰ ਕਿ ਉਹਨੂੰ ਕਿਉਂ ਨਹੀਂ ਮਿਲੇਗੀ। ਤੁਸੀਂ ਚੰਗੇ ਕੰਮ ਕਰਕੇ ਤਾਂ ਦਿਖਾਓ, ਤੁਸੀਂ ਕੰਮ ਚੰਗੇ ਕਰੋ, ਦੈਨ ਮੀਡੀਆ ਵਿਲ ਆਟੋਮੈਟਿਕਲੀ ਬੀ ਵਿਦ ਯੂ। ਐਨੀਵੇਜ਼ ਆਪਾਂ ਕਦੇ ਹੋਰ ਕਰਾਂਗੇ ਸੋਸ਼ਲ मीडिया इन्फ्लुएंस, विच इज अ वेरी इंटरेस्टिंग थिंग। हाँ नहीं मतलब वो तो मतलब बहुत ही worrisome भी है कि अगर गवर्नमेंट ट्विटर पे ही रहेगी ज़्यादा टाइम तो फिर ग्राउंड पे कौन लोग रहेंगे। ਇਹ ਐਜੂਕੇਸ਼ਨ ਮੰਤਰੀ ਨੂੰ ਇੱਕ ਵਿਵਾਦ ਖੜਾ ਹੋਇਆ ਤੇ ਇਸ ਐਜੂਕੇਸ਼ਨ ਮਿਨਿਸਟਰ ਨੇ ਕਿਸੇ ਹੋਰ ਆਪੋਜੀਸ਼ਨ ਪਾਰਟੀ ਦੇ ਲੀਡਰ ਨੇ ਕੋਈ ਇੱਥੇ ਤਹਮਤ ਲਾਈ ਹੈ, ਕੁਝ ਗੱਲ ਕੀਤੀ। ਇਹਨਾਂ ਨੇ ਉਹਨੂੰ ਦੱਸਿਆ ਕੀ ਜਵਾਬ ਦਿੱਤਾ ਸੀ। ਇਹ ਕਹਿੰਦੇ ਜੀ ਤੁਸੀਂ ਆਪਣੇ ਇੰਨੇ ਸਾਲਾਂ ਦੇ ਵਿੱਚ ਮੈਨੂੰ ਕੋਈ ਟਵੀਟ ਦਿਖਾਓ ਜੇ ਤੁਸੀਂ ਕੀਤਾ ਹੋਵੇ। ਦਿਸ ਐਜੂਕੇਸ਼ਨ ਮਿਨਿਸਟਰ ਚੈਲੰਜਡ ਐਨ ਆਪੋਜੀਸ਼ਨ ਲੀਡਰ ਸੇਇੰਗ ਕਿ ਤੁਸੀਂ ਮੈਨੂੰ ਕੋਈ ਟਵੀਟ ਦਿਖਾਓ ਤੁਸੀਂ ਇੰਨੇ ਮਹੀਨਿਆਂ 'ਚ ਕੁਝ ਟਵੀਟ ਕੀਤਾ ਹੋਵੇ। ਮਤਲਬ ਹੈਰਾਨ ਹੈ ਬੰਦਾ ਕਿ ਜੇ ਉਹਨੇ ਟਵੀਟ ਮੰਨ ਲਓ ਨਹੀਂ ਕੀਤਾ ਜਾਂ ਜੇ ਟਵੀਟ ਕੀਤਾ ਤਾਂ ਕੀ ਇਹ ਚੀਜ਼ ਮੈਟਰ ਕਰਦੀ ਹੈ? ਟਵੀਟ ਇਜ਼ ਜਸਟ ਅ ਸੋਸ਼ਲ ਮੀਡੀਆ ਮੈਸੇਜ। ਤੁਸੀਂ ਰਾਦਰ ਦੈਨ ਉਹਨਾਂ ਤੋਂ ਇਹ ਪੁੱਛਣ ਦੇ ਕਿ ਤੁਸੀਂ ਆਪਣੀ ਸਰਕਾਰ ਦੇ ਵਿੱਚ ਐਸੇ ਕਿਹੜੇ ਫੈਸਲੇ ਲਏ, ਤੁਸੀਂ ਇਹਨਾਂ ਦੀ ਭਾਸ਼ਾ ਦੇ ਵਿੱਚ ਉਹ ਜਿਹੜਾ ਇਨਫਲੂਐਂਸ ਹੈ ਸੋਸ਼ਲ ਮੀਡੀਆ ਵੀ ਤੁਸੀਂ ਦੱਸੋ। ਮਤਲਬ ਔਨ ਰਿਕਾਰਡ ਮੈਂ ਕਹਿ ਰਿਹਾ ਹਰਜੋਤ ਮੈਂ ਤਾਂ ਸਟੇਟਮੈਂਟ ਸੁਣ ਕੇ ਹੈਰਾਨ ਸੀ। ਮੈਂ ਕਿਹਾ ਇਹ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਦੱਸੋ ਇੰਨੇ ਮਹੀਨੇ ਤੁਸੀਂ ਕਿਹੜਾ ਟਵੀਟ ਕੀਤਾ। ਮੈਂ ਕਿਹਾ ਸੋ ਦਿਸ ਇਜ਼ ਇਹਨਾਂ ਦੀ ਸੋਚ ਇੱਥੇ ਤੱਕ ਹੈ ਬਸ। ਟਵੀਟ, ਫੇਸਬੁੱਕ, ਸੋਸ਼ਲ ਮੀਡੀਆ, ਇਨਫਲੂਐंस, दिस इज वेयर दे थिंक दैट द होल वर्ल्ड इज। पुलिस को भी शायद लग रहा होगा कि भाई कहीं कितने लाइक्स मिलेंगे अगर हमने ये काम कर दिया तो इस तरह से जो है नैरेटिव को हमने ट्विस्ट कर दिया। तो आज की चर्चा में जुड़ने के लिए आपका बहुत शुक्रिया रितेश जी। शुक्रिया जी। आप सबका भी बहुत शुक्रिया अपना कीमती वक्त हमें देने के लिए।